ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋ ਬਲਿਹਾਰੀ ਸਤਿਗੁਰ ਚਰਣਾ। ਬਾਣੀ ਮੁਖੋ ਉਚਾਰੀਐ, ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉਠੇ ਧੁਨਕਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਬੈਰਾਗਣ ਮਹੱਲਾ ਚੌਥਾ। ਹਮਰੈ ਮਨ ਚਿਤ ਹਰਿ ਆਸ ਨਿਤ, ਕਿਉ ਦੇਖਾ ਹਰ ਦਰਸ ਤੁਮਾਰਾ। ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੈ ਮਨ ਚਿਤ ਹਰ ਬਹੁਤ ਪਿਆਰਾ। ਹਮਰੈ ਮਨ ਚਿਤ ਹਰਿ ਆਸ ਨਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਹਜ਼ੂਰ ਦੀ ਪਰਮ ਪਵਿੱਤਰ ਅੰਮ੍ਰਿਤਮਈ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਜੋ ਆਰੰਭ ਹੋਈ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 167 ਅੰਗ ਤੱਕ ਪਹੁੰਚੀ ਹੋਈ ਹੈ। ਗੌੜੀ ਰਾਗ ਵਿੱਚ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ 48 ਸ਼ਬਦਾਂ ਦੀ ਵਿਚਾਰ ਪਹਿਲਾਂ ਹੋ ਚੁੱਕੀ ਹੈ। ਉਸ ਤੋਂ ਅੱਗੇ ਜੋ ਸਤਿਗੁਰੂ ਉਪਦੇਸ਼ ਦੇ ਰਹੇ ਨੇ, ਗੁਰੂ ਕਿਰਪਾ ਸਦਕਾ ਵਿਚਾਰੀਏ ਅਤੇ ਸੁਣੀਏ। ਗੌੜੀ ਬੈਰਾਗਣ ਮਹੱਲਾ ਚੌਥਾ। ਗੌੜੀ ਇੱਕ ਰਾਗਣੀ ਹੈ, ਬੈਰਾਗਣ ਇਸ ਦੀ ਵੰਨਗੀ ਹੈ। ਜਿਵੇਂ ਕਿਸੇ ਚੀਜ਼ ਦੀਆਂ ਕਿਸਮਾਂ ਹੁੰਦੀਆਂ ਨੇ, ਇਸ ਪ੍ਰਕਾਰ ਇਸ ਬੈਰਾਗਣ ਗੌੜੀ ਅੰਦਰ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਹਨ। ਹਮਰੈ ਮਨ ਚਿਤ ਹਰਿ ਆਸ ਨਿਤ, ਕਿਉ ਦੇਖਾ ਹਰ ਦਰਸ ਤੁਮਾਰਾ। ਇੱਕ ਜਗਿਆਸੂ ਜਾਂ ਸਾਧਕ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਿੱਚ ਜੋ ਲੱਗਾ ਹੋਇਆ, ਉਸ ਦੇ ਮਨ ਅੰਦਰ ਜਾਂ ਚਿੱਤ ਅੰਦਰ, ਹਿਰਦੇ ਅੰਦਰ ਹੋਰ ਆਸਾ ਨਹੀਂ ਹਨ। ਜਗਿਆਸੂ ਬਣ ਕੇ ਹੋਰਨਾਂ ਵਾਸ਼ਨਾਵਾਂ ਨੂੰ ਜਿਸ ਨੇ ਖਤਮ ਕਰ ਲਿਆ ਹੈ। ਸਾਰਾ ਸੰਸਾਰ ਆਸਾ ਵਿੱਚ ਜਿਉਂਦਾ ਹੈ, ਪਰ ਹਜ਼ੂਰ ਕਹਿੰਦੇ ਨੇ ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿੱਤ ਲਾਏ। ਜੋ ਸੰਸਾਰਕ ਖੁਆਇਸ਼ਾਂ ਹਨ, ਇੱਛਾਵਾਂ ਹਨ, ਆਸਾਵਾਂ ਹਨ, ਕਾਮਨਾਵਾਂ ਹਨ, ਇਹ ਜੰਮਣ ਮਰਨ ਦੇ ਚੱਕਰ ਵਿੱਚ ਪਾਈ ਰੱਖਦੀਆਂ ਹਨ। ਦੁਨਿਆਵੀ ਆਸਾਵਾਂ ਤੋਂ ਨਿਰਾਸ਼ ਹੋਣਾ ਹੈ, ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਜੀਵਨ ਅੰਦਰ। ਸੁਦੇ ਸਿੱਧ ਜੋ ਪਰਮਾਤਮਾ ਵੱਲੋਂ ਦੁਨਿਆਵੀ ਪਦਾਰਥ ਸਾਨੂੰ ਮਿਲਦੇ ਨੇ, ਕਿਉਂਕਿ ਸਰੀਰ ਵੀ ਇੱਕ ਵਾਹਿਗੁਰੂ ਵੱਲੋਂ ਮਿਲਿਆ ਹੋਇਆ ਪਦਾਰਥ ਹੈ। ਦੁਰਲੱਭ ਹੈ ਤਾਂ ਕਿ ਇਸ ਦੁਆਰਾ ਵਾਹਿਗੁਰੂ ਦੀ ਬੰਦਗੀ ਹੋ ਸਕਦੀ ਹੈ, ਸਿਮਰਨ ਹੋ ਸਕਦਾ, ਵਾਹਿਗੁਰੂ ਨੂੰ ਚੇਤੇ ਕੀਤਾ ਜਾ ਸਕਦਾ। ਕਿਉਂਕਿ ਅੱਖਰਾਂ ਦਾ ਗਿਆਨ ਮਨੁੱਖ ਜਾਮੇ ਅੰਦਰ ਹੀ ਹੈ, ਉਪਦੇਸ਼ ਮਨੁੱਖ ਜਾਮੇ ਅੰਦਰ ਹੀ ਪ੍ਰਾਪਤ ਹੋ ਸਕਦਾ ਅਤੇ ਇਸ ਜਾਮੇ ਅੰਦਰ ਹੀ ਕਮਾਇਆ ਜਾ ਸਕਦਾ। ਸੂਝ ਬੂਝ ਇਸ ਜਾਮੇ ਅੰਦਰ ਹੀ ਹੈ। ਪਰ ਪਰਮਾਰਥ ਦੇ ਰਾਹ 'ਤੇ ਚੱਲਣ ਵਾਸਤੇ ਦੁਨਿਆਵੀ ਖੁਆਇਸ਼ਾਂ ਦਾ ਤਿਆਗ ਹੋਣਾ ਬੜਾ ਜ਼ਰੂਰੀ ਹੈ, ਨਹੀਂ ਤਾਂ ਮੰਜ਼ਿਲ ਨਹੀਂ ਮਿਲਦੀ। ਭਾਵੇਂ ਸਾਰੇ ਚੰਗੇ ਕਰਮ ਕਰੋ, ਜੋ ਸੰਸਾਰੀ ਇੱਛਾਵਾਂ ਹਨ, ਕਾਮਨਾਵਾਂ ਹਨ, ਇਹਨਾਂ ਕਰਕੇ ਜੰਮਣਾ ਮਰਨਾ ਬਣਿਆ ਰਹੇਗਾ। ਇਹਨਾਂ ਆਸਾਵਾਂ ਦੀ ਪੂਰਤੀ ਵਾਸਤੇ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਨਾ ਜਾਂ ਦਾਨ ਪੁੰਨ ਜੋ ਕੁਛ ਵੀ ਕਰਦੇ ਹਾਂ, ਉਹਦਾ ਕਾਰਨ ਫਿਰ ਜੰਮਣਾ ਮਰਨਾ ਪੈਂਦਾ, ਯਾਨੀ ਜਨਮ ਮਰਨ ਨਹੀਂ ਮਿਟਦਾ। ਅਤੇ ਜੇ ਇਹ ਆਸਾਵਾਂ ਮੁੱਕ ਜਾਣ ਅਤੇ ਆਸਾ ਸਭੇ ਲਾਹੇ ਕਾ ਇੱਕਾ ਆਸ ਕਮਾਓ, ਹੋਰ ਸਾਰੀਆਂ ਆਸਾ ਲਾਹ ਕੇ ਮਨ 'ਚੋਂ ਮੇਟ ਕੇ ਇੱਕ ਵਾਹਿਗੁਰੂ ਦੇ ਮਿਲਣ ਦੀ ਤਾਂਘ, ਇੱਛਾ, ਆਸ, ਇਸ ਨੂੰ ਜੇ ਕਮਾ ਲਓ, ਹਜ਼ੂਰ ਕਹਿੰਦੇ ਨੇ, ਤਾਂ ਫਿਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ, ਜੰਮਣਾ ਮਰਨਾ ਮਿਟ ਜਾਏਗਾ। ਜੀਵ ਸੁਖ ਹੀ ਤਾਂ ਲੋੜਦਾ ਹੈ, ਪਰ ਸਮਝ ਨਾ ਹੋਣ ਕਰਕੇ ਇਹ ਪਦਾਰਥ ਮੰਗਦਾ, ਆਤਮਿਕ ਸੁਖ ਨਹੀਂ ਮੰਗਦਾ। ਆਤਮਿਕ ਸੁਖ ਤੋਂ ਬਗੈਰ
ਅਸਲੀ ਹੋਰ ਕੋਈ ਸੁੱਖ ਹੈ ਹੀ ਨਹੀਂ ਹੈ। ਆਤਮਿਕ ਸੁੱਖ ਹੀ ਅਸਲੀ ਸੁੱਖ ਹੈ। ਜੋ ਬਾਕੀ ਦੇ ਸਾਰੇ ਸੁੱਖ ਨੇ ਉਹਨਾਂ ਸੁੱਖਾਂ ਪਿੱਛੇ ਦੁੱਖ ਛੁਪੇ ਹੋਏ ਨੇ। ਜੇ ਸੁੱਖ ਆਉਣਗੇ ਸੰਸਾਰਕ ਤੇ ਨਾਲ ਦੁੱਖ ਵੀ ਆਉਣਗੇ, ਪਰ ਜਦੋਂ ਪਰਮ ਸੁੱਖ ਦੀ ਪ੍ਰਾਪਤੀ ਹੋਈ ਉਦੋਂ ਹੋਰਨਾਂ ਸੁੱਖਾਂ ਦੀ ਲੋੜ ਨਹੀਂ ਰਹੇਗੀ। ਹਜ਼ੂਰ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ। ਸੰਸਾਰਕ ਆਸਾ ਜਿਹੜੀਆਂ ਹਨ ਉਹਨਾਂ ਵਿੱਚ ਬੜਾ ਭਾਰੀ ਘਣਾ ਦੁੱਖ ਹੈ। ਆਸਾ ਵਿੱਚ ਅਤ ਦੁੱਖ ਘਣਾ ਮਨਮੁਖ ਚਿੱਤ ਲਾਇਆ। ਮਨਮੁਖ ਨੇ ਉਹਨਾਂ ਆਸਾ ਦੀ ਪੂਰਤੀ ਵਾਸਤੇ ਚਿੱਤ ਲਾਇਆ। ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ। ਜੋ ਗੁਰਾਂ ਦੇ ਅਨੁਸਾਰ ਹੀ ਚੱਲਣ ਵਾਲਾ ਵਿਅਕਤੀ ਹੈ ਨਾ, ਆਪਣੇ ਮਨ ਨੂੰ ਗੁਰੂ ਦੇ ਉਪਦੇਸ਼ ਰਾਹੀਂ ਸਮਝਾ ਲੈਂਦਾ ਕਿ ਜੋ ਕੁਝ ਸਤਿਗੁਰੂ ਕਹਿੰਦੇ ਮੈਂ ਉਹ ਕਰਾਂ, ਉਸ ਰਸਤੇ 'ਤੇ ਚੱਲਾਂ। ਆਪਣਾ ਮਨ ਸਤਿਗੁਰੂ ਨੂੰ ਭੇਟਾ ਕਰਕੇ ਚੱਲਦਾ, ਮਨ ਦੀ ਮਰਜ਼ੀ ਤਿਆਗਦਾ ਕਿ ਸਤਿਗੁਰੂ ਨਾਲੋਂ ਮੈਂ ਸਿਆਣਾ ਨਹੀਂ, ਜੋ ਸਤਿਗੁਰੂ ਕਹਿੰਦੇ ਹਨ ਉਹ ਸਹੀ ਰਸਤਾ ਹੈ। ਇਸ ਕਰਕੇ ਫਿਰ ਉਹ ਨਿਰਾਸ ਹੋ ਜਾਂਦਾ, ਨਿਰਾਸ, ਦੁਨਿਆਵੀ ਆਸ ਤੋਂ ਬਿਨਾਂ ਹੋ ਜਾਂਦਾ। ਫਿਰ ਉਹ ਪਰਮ ਸੁੱਖ ਦੀ ਪ੍ਰਾਪਤੀ ਕਰਦਾ। ਪਹਿਲਾਂ ਤਾਂ ਇੱਛਾ ਘਟਦੀਆਂ ਹਨ, ਫਿਰ ਇੱਛਾ ਮਿਟਦੀਆਂ ਹਨ, ਫਿਰ ਵਾਹਿਗੁਰੂ ਦੇ ਮਿਲਣ ਦੀ ਤੀਬਰ ਤਾਂਘ ਬਣਦੀ ਹੈ ਅਤੇ ਫਿਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਮਰਜ਼ੀ ਨਾਲ। ਵਾਹਿਗੁਰੂ ਆਪਣੀ ਇੱਛਾ ਅਨੁਸਾਰ ਜੋ ਜੈਸਾ ਅਧਿਕਾਰੀ ਹੈ ਉਹਨੂੰ ਵੈਸੀ ਦਾਤ ਵਾਹਿਗੁਰੂ ਜੀ ਬਖਸ਼ਦੇ ਨੇ। ਸੋ ਸਤਿਗੁਰੂ ਕਹਿ ਰਹੇ ਨੇ ਕਿ ਹਮਰਾ ਮਨ ਚਿੱਤ ਹਰਿ ਆਸ ਨਿਤ। ਹੇ ਵਾਹਿਗੁਰੂ ਜੀ, ਹਮਰਾ ਸਾਡੇ ਜਾਂ ਮੇਰੇ ਮਨ ਅੰਦਰ, ਮੇਰੇ ਚਿੱਤ ਦੇ ਅੰਦਰ ਹੇ ਹਰੀ ਜੀ ਨਿਤ ਹੀ ਇਹ ਆਸ ਬਣੀ ਰਹਿੰਦੀ ਹੈ। ਕਿਉ ਦੇਖਾ ਹਰ ਦਰਸ ਤੁਮਾਰਾ। ਕਿਉ ਸ਼ਬਦ ਬਣਿਆ ਕਿਵ ਤੋਂ। ਕਿਵ ਦਾ ਅਰਥ ਹੈ ਕਿਸ ਤਰ੍ਹਾਂ, ਕਿਸ ਢੰਗ ਨਾਲ, ਕਿਸ ਤਰ੍ਹਾਂ ਹੇ ਹਰੀ ਜੀ ਮੈਂ ਤੁਹਾਡਾ ਦਰਸ਼ਨ ਵੇਖਾਂ। ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨਹਾਰਾ। ਕਿਉਂਕਿ ਵਾਹਿਗੁਰੂ ਦਾ ਦਰਸ਼ਨ ਸਫਲਾ ਦਰਸ਼ਨ ਹੈ, ਫਲ ਦੇਣ ਵਾਲਾ ਦਰਸ਼ਨ ਹੈ। ਸੋ ਜੇ ਦਰਸ਼ਨਾਂ ਦੀ ਗੱਲ ਕਰੀਏ, ਵਿਚਾਰ ਕਰੀਏ, ਤਾਂ ਜੋ ਦਾਨਿਆਂ ਮਹਾਂਪੁਰਸ਼ਾਂ ਨੇ ਦਰਸ਼ਨਾਂ ਬਾਰੇ ਵਿਆਖਿਆ ਕੀਤੀ ਆ, ਆ ਇੱਕ ਤਾਂ ਹੁੰਦੇ ਨੇ ਸੁਪਨ ਦਰਸ਼ਨ। ਜਿਵੇਂ ਭਾਈ ਵੀਰ ਸਿੰਘ ਨੇ ਲਿਖਿਆ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸੀਂ ਧਾ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ। ਸੋ ਇਸ ਪ੍ਰਕਾਰ ਜਿਵੇਂ ਭਾਈ ਗੁਰਦਾਸ ਜੀ ਨੇ ਕਵਿੱਤ ਰਚਿਆ ਹੈ, ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਪਰਮ ਦਇਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਧੁਰ ਪੀ ਆਏ हैं। शोभत सहजासन बिलासन द अंक माल प्रेम रस बिसम होए सहज समाए हैं। चात्रिक शब्द सुन अखियाँ उगर गई भई जल मीन गत बिरह जगाए। ਅਕਸਰ ਦਾਨੇ ਗੱਲ ਕਹਿੰਦੇ ਨੇ ਕਿ ਭਾਈ ਗੁਰਦਾਸ ਜੀ ਨੇ ਕਾਂਸ਼ੀ ਵਿਖੇ ਜਦੋਂ ਚਲੇ ਗਏ ਸੀ ਅਤੇ ਉਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੁਪਨੇ 'ਚ ਦਰਸ਼ਨ ਬਖਸ਼ੇ ਸਨ ਅਤੇ ਫਿਰ ਬਹੁਤੀ ਬੇਬਲਤਾ ਹੋ ਗਈ ਸੀ, ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ ਸੀ। ਰਹੋ ਵਿਚਾਰ, ਉਹ ਸਾਖੀ ਤਾਂ ਲੰਬੀ ਹੈ। ਕਹਿਣ ਤੋਂ ਮੁਰਾਦ ਹੈ ਕਿ ਇੱਕ ਸੁਪਨ ਦਰਸ਼ਨ ਹੁੰਦੇ ਨੇ, ਇੱਕ ਸਰਵਣ ਦਰਸ਼ਨ ਹਨ। ਸਤਿਗੁਰਾਂ ਦਾ ਇਤਿਹਾਸ ਮਹਿਮਾ ਸੁਣਨੀ ਅਤੇ ਮਨ ਜਿਹੜਾ ਹੈ ਉਸੇ ਤਰ੍ਹਾਂ ਸਤਿਗੁਰਾਂ ਦੇ ਨਾਲ ਨਾਲ ਫਿਰਨਾ, ਜਿਵੇਂ ਜਿਵੇਂ ਇਤਿਹਾਸ ਸੁਣਨਾ ਉਸੇ ਤਰ੍ਹਾਂ ਮਨ ਮਗਰ ਮਗਰ ਜਾਣਾ। ਇਹ ਵੀ ਸਤਿਗੁਰਾਂ ਦਾ ਦਰਸ਼ਨ ਹੈ। ਵਾਹਿਗੁਰੂ ਦਾ ਜਸ ਸੁਣਨਾ, ਇਹ ਵਾਹਿਗੁਰੂ ਦਾ ਸਰਵਣ ਦਰਸ਼ਨ ਹੈ। ਇੱਕ ਇਸੇ ਤਰ੍ਹਾਂ ਚਿੱਤਰ ਦਰਸ਼ਨ ਹੁੰਦਾ ਹੈ, ਜਿਸ ਦੇ ਤੁਸੀਂ ਮਿਲਾਪ ਦੀ ਤਾਂਘ ਰੱਖਦੇ ਹੋ ਕਿ ਕੋਈ ਮਨੁੱਖ ਸੰਤ ਹੋਵੇ, ਮਹਾਤਮਾ ਹੋਵੇ, ਗੁਰੂ ਸਾਹਿਬ ਹੋਣ। ਚਿੱਤਰ ਦਰਸ਼ਨ ਜਿਵੇਂ ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਮੁਸੱਵਰ ਦੇ ਕੋਲੋਂ ਤਸਵੀਰ ਬਣਾਈ ਸੀ, ਅਤੇ ਇਸੇ ਤਰ੍ਹਾਂ ਮਸੰਦ ਬਲਾਕੀ ਦਾਸ ਦੀ ਮਾਤਾ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਜਿੱਦ ਕਰਕੇ ਬੇਨਤੀ ਕਰਕੇ ਹਜ਼ੂਰ ਦਾ ਚਿੱਤਰ ਬਣਵਾਇਆ ਸੀ। ਬਾਕੀ ਸਰੀਰ ਦਾ ਚਿੱਤਰ ਤਾਂ ਮੁਸੱਵਰ ਨੇ ਬਣਾ ਦਿੱਤਾ ਸੀ, ਚਿਹਰਾ ਨਹੀਂ ਸੀ ਸਤਿਗੁਰੂ ਤੇਗ ਬਹਾਦਰ ਜੀ ਦਾ ਬਣਦਾ। ਫਿਰ ਹਜ਼ੂਰ ਨੇ ਆਪ ਕਲਮ ਲੈ ਕੇ ਅਤੇ ਆਪਣਾ ਚਿਹਰਾ ਬਣਾਇਆ ਸੀ। ਉਹ ਬਨਾਰਸ ਯੂਨੀਵਰਸਿਟੀ 'ਚ ਮੈਂ ਸੁਣਿਆ ਹੈ ਕਿ ਭਾਈ ਵੀਰ ਸਿੰਘ ਨੇ ਲਿਖਿਆ ਕਿ ਸਾਨੂੰ ਪਤਾ ਲੱਗਾ ਬਨਾਰਸ ਯੂਨੀਵਰਸਿਟੀ 'ਚੋਂ ਗੁਰੂ ਤੇਗ ਬਹਾਦਰ ਜੀ ਦਾ ਉਹਨਾਂ ਦੇ ਹਸਤ ਕਮਲਾਂ ਨਾਲ ਬਣਿਆ ਹੋਇਆ ਉਕਰਿਆ ਹੋਇਆ ਚਿੱਤਰ ਜਿਹੜਾ ਉਹ ਹੈਗਾ। ਯਾਨੀ ਉਹ
ਭਾਵਨਾ ਪੂਰੀ ਕਰਨ ਵਾਸਤੇ ਸਤਿਗੁਰੂ ਜੀ ਨੇ ਬਣਾ ਕੇ ਦਿੱਤਾ ਸੀ। ਪਰ ਬਾਰ-ਬਾਰ ਛੇਵੇਂ ਪਾਤਸ਼ਾਹ ਨੇ ਵੀ ਇਹੀ ਗੱਲ ਕਹੀ ਸੀ ਭਾਈ ਬਿਧੀ ਚੰਦ ਨੂੰ ਕਿ ਸਾਡਾ ਸਰੂਪ ਸ਼ਬਦ ਹੈ। ਔਰ ਇਸੇ ਤਰ੍ਹਾਂ ਨਵੇਂ ਪਾਤਸ਼ਾਹ ਨੇ ਵੀ ਕਿਹਾ ਸੀ ਮਾਤਾ ਜੀ ਸ਼ਬਦ ਦੇ ਨਾਲ ਪ੍ਰੀਤ ਕਰੋ, ਸ਼ਬਦ ਹੀ ਸਾਡਾ ਸਰੂਪ ਹੈ। ਪਰ ਉਹਨਾਂ ਪ੍ਰੇਮੀਆਂ ਦੀ ਭਾਵਨਾ ਪੂਰੀ ਕਰਨ ਵਾਸਤੇ ਸਤਿਗੁਰਾਂ ਨੇ ਚਿੱਤਰ ਬਣਾ ਕੇ ਦਿੱਤਾ। ਸਿੱਖ ਧਰਮ ਦੇ ਅੰਦਰ ਮੂਰਤੀ ਦੀ ਪੂਜਾ ਨਹੀਂ ਹੈ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟ ਹੀ ਆਇਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨਮਾਨ। ਰਹੋ ਵਿਚਾਰ। ਪਰ ਇਸ ਤਰ੍ਹਾਂ ਉਸ ਵਿਅਕਤੀ ਦੇ ਚਿੱਤਰ ਦੁਆਰਾ ਦਰਸ਼ਨ ਹੋ ਜਾਂਦੇ ਨੇ ਵੀ ਇਸ ਤਰ੍ਹਾਂ ਦਾ ਸਰੂਪ ਆ ਉਹਦਾ ਚਿੱਤਰ ਹੋਵੇ ਬਣਿਆ, ਅਤੇ ਕਿਹਾ ਜਾਂਦਾ ਵੀ ਇਸ ਤਰ੍ਹਾਂ ਦਾ ਉਹਦਾ ਸਰੂਪ ਹੈ, ਉਹਦਾ ਚਿਹਰਾ ਮੂਹਰਾ ਕਿਸੇ ਵੀ ਵਿਅਕਤੀ ਦਾ ਇਸ ਤਰ੍ਹਾਂ ਦਾ। ਉਂਝ ਸਤਿਗੁਰੂ ਜੀ ਸਰੀਰਾਂ ਦੀ ਕੈਦ ਵਿੱਚ ਨਹੀਂ ਹਨ। ਜਾਂ ਸੰਤ ਭਗਤ ਜੋ ਗੁਰਮੁਖ ਹੋਏ ਨੇ, ਸ਼ਹੀਦ ਸਿੰਘ ਸਾਡੇ ਹੋਏ ਨੇ, ਉਹਨਾਂ ਦੀਆਂ ਤਸਵੀਰਾਂ ਅਸੀਂ ਲਾ ਸਕਦੇ ਹਾਂ, ਪੂਜਾ ਨਹੀਂ, ਔਰ ਇਹ ਉਹਨਾਂ ਦਾ ਚਿੱਤਰ ਦਰਸ਼ਨ ਹੈ। ਔਰ ਇਸੇ ਪ੍ਰਕਾਰ ਇਹ ਜਿਹੜਾ ਚੌਥਾ ਦਰਸ਼ਨ ਆ ਉਹਨੂੰ ਪ੍ਰਤੱਖ ਦਰਸ਼ਨ ਕਹਿੰਦੇ ਨੇ। ਪਰਮਾਤਮਾ ਦਾ ਮੁਕੰਮਲ ਦਰਸ਼ਨ ਤੇ ਕਿਸੇ ਸਰੂਪ ਵਿੱਚ ਅੱਖਾਂ ਨੇਤਰਾਂ ਨਾਲ ਨਹੀਂ ਹੋ ਸਕਦਾ, ਕਿਉਂਕਿ ਵਾਹਿਗੁਰੂ ਜੀ ਏਡੇ ਵੱਡੇ ਨੇ ਕਿ ਏਡਾ ਵੱਡਾ ਦਰਸ਼ਨ ਤਾਂ ਨੇਤਰਾਂ ਨਾਲ ਹੋ ਨਹੀਂ ਸਕਦਾ। ਇਹਨਾਂ ਅੱਖਾਂ ਦੀ ਤਾਂ ਕੋਈ ਹੱਦ ਹੈ। ਪਰ ਭਗਤਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਮਨੁੱਖ ਵਰਗਾ ਜਾਮਾ ਧਾਰ ਕੇ ਵੀ ਮਹਾਰਾਜ ਦਰਸ਼ਨ ਦਿੰਦੇ ਨੇ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ, ਦੂਧ ਪੀ ਆਏ ਭਗਤ ਘਰ ਗਿਆ, ਨਾਮੇ ਹਰਿ ਕਾ ਦਰਸ਼ਨ ਪਿਆ। ਇਸੇ ਪ੍ਰਕਾਰ ਜਿਵੇਂ ਭਗਤ ਧੰਨਾ ਜੀ ਪ੍ਰਤੱਖ ਰੂਪ ਧਾਰ ਕੇ ਮਹਾਰਾਜ ਕਿਆਰੇ ਮੋੜਦੇ ਸਨ, ਗਾਵਾਂ ਵੱਛਿਆਂ ਨੂੰ ਚਾਰਦੇ ਸਨ। ਸੋ ਇਹ ਭਗਤੀ ਪਰਾਇਣ ਹੋ ਕੇ ਵਾਹਿਗੁਰੂ ਭਗਤਾਂ ਦੇ ਵੱਸ ਵਿੱਚ ਹੈ। ਕੀਤਾ ਲੋੜਨ ਸੋਈ ਕਰਾਇਨ। ਸੋ ਇਸ ਪ੍ਰਕਾਰ ਭਗਤੀ ਨਾਲ ਪਿਆਰ ਕਰਦਾ ਵਾਹਿਗੁਰੂ। ਭਗਤੀ ਕਰਕੇ ਹੰਕਾਰ ਮਿਟ ਜਾਂਦਾ ਨਾ, ਜਿਹੜਾ ਹੰਕਾਰ ਤੋਂ ਰਹਿਤ ਹੋ ਜਾਂਦਾ, ਪਰਮਾਤਮਾ ਉਹਦੇ ਵੱਸ ਵਿੱਚ ਹੈ। ਸੋ ਇਸ ਪ੍ਰਕਾਰ ਇਹ ਪ੍ਰੇਮ ਦੀ ਖੇਡ ਹੈ। ਇਸ ਤਰ੍ਹਾਂ ਪ੍ਰਤੱਖ ਦਰਸ਼ਨ ਵੀ ਭਗਤਾਂ ਨੂੰ ਹੁੰਦਾ ਹੈ। ਅਤੇ ਉਂਝ ਮੁਕੰਮਲ ਦਰਸ਼ਨ ਕਹੀਏ ਵਾਹਿਗੁਰੂ ਦੇ ਸਰੂਪ ਦਾ, ਫਿਰ ਤਾਂ ਉਹ ਇੱਕ ਹੱਦ ਬਣ ਗਈ ਨਾ ਵੀ ਏਡਾ ਹੈਗਾ ਵਾਹਿਗੁਰੂ, ਇਸ ਤਰ੍ਹਾਂ ਦਾ ਸਰੂਪ ਹੈ। ਇੰਝ ਨਹੀਂ ਹੈ। ਨਿਰਗੁਣ ਰੂਪ ਵਿੱਚ ਪਰਮਾਤਮਾ ਦਾ ਦਰਸ਼ਨ ਨੇਤਰਾਂ ਨਾਲ ਨਹੀਂ ਹੋ ਸਕਦਾ, ਪਰ ਸਰਗੁਣ ਰੂਪ ਧਾਰ ਕੇ ਮਹਾਰਾਜ ਭਗਤਾਂ ਦੀ ਭਾਵਨਾ ਪੂਰੀ ਕਰਨ ਲਈ ਪ੍ਰਤੱਖ ਦਰਸ਼ਨ ਵੀ ਬਖਸ਼ਦੇ ਨੇ। ਇਸੇ ਦਰਸ਼ਨਾਂ ਦਾ ਜ਼ਿਕਰ ਹਜ਼ੂਰ ਨੇ ਕੀਤਾ। ਇਹ ਅਨੁਭਵ ਨਿਰਗੁਣ ਸਰੂਪ ਦਾ ਗਿਆਨ ਅਤੇ ਸਰਗੁਣ ਸਰੂਪ ਦਾ ਧਿਆਨ ਪ੍ਰਾਪਤ ਹੋ ਗਏ। ਸਰਗੁਣ ਰੂਪ ਵਿੱਚ ਵੀ ਮਹਾਰਾਜ ਦਰਸ਼ਨ ਦਿੰਦੇ ਨੇ। ਅਨੇਕਾਂ ਮਿਸਾਲਾਂ ਹਨ ਐਸੀਆਂ। ਸੋ ਕਿਵੇਂ ਮਹਾਰਾਜ ਤੁਹਾਡਾ ਨਿਰਗੁਣ ਸਰੂਪ ਵਿੱਚ ਦਰਸ਼ਨ ਕਰੀਏ, ਨਿਰਗੁਣ ਸਰੂਪ ਦਾ ਅਨੁਭਵ ਕਰੀਏ, ਗਿਆਨ ਹੋਵੇ, ਅਤੇ ਸਰਗੁਣ ਸਰੂਪ ਵਿੱਚ ਤੁਹਾਡੇ ਪ੍ਰਤੱਖ ਦਰਸ਼ਨ। ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ। ਸਾਹਿਬ ਦੇ ਦਰਸ਼ਨ ਦੀਦਨੇ ਕਰੀਏ, ਵੇਖੀਏ, ਤਾਂ ਇਸ ਦਾ ਕੁਛ ਮੁੱਲ ਹੀ ਨਹੀਂ, ਨੇਤਰ ਮੋਲਕ ਬਣ ਜਾਣਗੇ। ਕਿਸ ਤਰ੍ਹਾਂ ਮਹਾਰਾਜ ਤੁਹਾਡਾ ਦਰਸ਼ਨ ਮੈਂ ਵੇਖਾਂ ਕਰਾਂ। ਜਿਨ ਪ੍ਰੀਤ ਲਾਈ ਸੋ ਜਾਣਤਾ। ਜਿਸ ਆਪ ਜੀ ਨੇ ਪ੍ਰੀਤੀ ਲਾਈ ਹੈ ਨਾ ਸਾਡੇ ਹਿਰਦੇ 'ਚ, ਉਹ ਤੁਸੀਂ ਆਪ ਹੀ ਜਾਣਦੇ ਹੋ। ਜਾਂ ਸਾਨੂੰ ਕਹਿ ਰਹੇ ਨੇ ਵੀ ਭਾਈ ਜਿਸ ਵਾਹਿਗੁਰੂ ਨੇ ਪ੍ਰੀਤ ਲਾ ਦਿੱਤੀ ਹੈ ਨਾ, ਆਪਣੀ ਪ੍ਰੀਤ ਸਾਡੇ ਹਿਰਦੇ 'ਚ, ਉਹੀ ਜਾਣਦਾ ਸਾਡੀ ਅਵਸਥਾ ਨੂੰ, ਸਾਡੀ ਭਾਵਨਾ ਨੂੰ, ਵੀ ਕਿੰਨੀ ਕੁ ਤੀਬਰਤਾਂਗ ਹੈ ਦਰਸ਼ਨਾਂ ਦੀ, ਕਿਹੋ ਜਿਹੀ ਪ੍ਰੀਤ ਆ ਸਾਡੇ ਹਿਰਦੇ 'ਚ। ਹਮਾਰਾ ਮਨ ਚਿੱਤ ਹਰ ਬਹੁਤ ਪਿਆਰਾ। ਸਾਡੇ ਮਨ ਵੀ ਅਤੇ ਚਿੱਤ ਵਿੱਚ ਵੀ ਉਹ ਹਰੀ ਅਕਾਲ ਪੁਰਖ ਪਰਮਾਤਮਾ ਬਹੁਤ ਹੀ ਪਿਆਰਾ ਲੱਗਦਾ ਹੈ। ਹੋਰ ਕਿਸੇ ਚੀਜ਼ ਨਾਲ ਸਾਡਾ ਪਿਆਰ ਨਹੀਂ ਰਹਿ ਗਿਆ। ਜਦੋਂ ਹੋਰਨਾਂ ਨਾਲੋਂ ਪ੍ਰੀਤ ਟੁੱਟ ਜਾਂਦੀ, ਜਿਵੇਂ ਭਗਤ ਜੀ ਨੇ ਕਿਹਾ ਕਿ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈਂ ਚਕੋਰਾ। ਸੋ ਇਸ ਪ੍ਰਕਾਰ ਜੋ ਤੁਮ ਤੀਰਥ ਤੋ ਹਮ ਜਾਤੀ। ਸੋ ਇਸ ਪ੍ਰਕਾਰ ਦੇ ਬਹੁਤ ਬਚਨ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅੰਦਰ। ਹਉ ਕੁਰਬਾਨੀ ਗੁਰ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰਜਣਹਾਰਾ। ਕਹਿੰਦੇ ਤੀਬਰ ਤਾਂਘ ਸੀ, ਫਿਰ ਮਿਲਾਪ ਕਿਵੇਂ ਹੋਇਆ। ਕਹਿੰਦੇ ਆਪਣੇ ਪੂਰੇ ਸਤਿਗੁਰੂ ਮਹਾਰਾਜ ਤੋਂ, ਆਪਣੇ ਗੁਰੂ ਤੋਂ, ਧੰਨ ਗੁਰੂ ਅਮਰਦਾਸ ਮਹਾਰਾਜ ਤੋਂ ਮੈਂ ਕੁਰਬਾਨ ਜਾਵਾਂ, ਮੈਂ ਬਲਿਹਾਰ ਜਾਵਾਂ। ਜਿਨ੍ਹਾਂ ਸਤਿਗੁਰਾਂ ਨੇ ਪਰਮਾਤਮਾ ਅਕਾਲ ਪੁਰਖ ਜੋ ਸਾਥੋਂ ਵਿਛੜਿਆ ਹੋਇਆ ਸੀ, ਜਿਸ ਦੇ ਨਾਲੋਂ ਸਾਡਾ ਵਿਛੋੜਾ ਪਿਆ ਹੋਇਆ ਸੀ, ਮੇਰਾ ਸਿਰਜਣਹਾਰ ਪਰਮਾਤਮਾ ਮਿਲਾ ਦਿੱਤਾ, ਵਿਛੋੜੇ ਨੂੰ ਮਿਲਾਪ ਵਿੱਚ ਬਦਲ ਦਿੱਤਾ। ਜਿਨ੍ਹਾਂ ਸਤਿਗੁਰਾਂ ਨੇ ਮੇਰੇ ਰਾਮ
ਹਮ ਪਾਪੀ ਸਰਣ ਪਰੇ ਹਰ ਦੁਆਰ। ਰਹਾਉ ਦੀਆਂ ਪੰਕਤੀਆਂ ਅੰਦਰ ਸਤਿਗੁਰੂ ਫਰਮਾ ਰਹੇ ਨੇ ਕਿ ਹੇ ਮੇਰੇ RAM ਰਵੇਂ ਹੋਏ ਪ੍ਰਮਾਤਮਾ, ਹੇ ਹਰੀ ਜੀ, ਅਸੀਂ ਪਾਪੀ ਤੁਹਾਡੀ ਸ਼ਰਨ 'ਚ ਪਏ ਹਾਂ। ਹੇ ਹਰੀ ਜੀ, ਜੋ ਤੁਹਾਡਾ ਦੁਆਰਾ ਦਰਵਾਜ਼ਾ ਹੈ, ਸਤਸੰਗਤ ਰੂਪੀ ਦੁਆਰ ਦਰਵਾਜ਼ਾ, ਉਸ ਦਰਵਾਜ਼ੇ 'ਤੇ ਸੱਚੇ ਪਾਤਸ਼ਾਹ ਅਸੀਂ ਆ ਕੇ ਡਿੱਗ ਪਏ ਹਾਂ, ਤੁਹਾਡੀ ਸ਼ਰਨ 'ਚ ਪਏ ਹੋਏ ਹਾਂ। ਮਤ ਨਿਰਗੁਣ ਹਮ ਮੇਲੇ ਕਬਹੂ ਆਪਣੀ ਕਿਰਪਾ ਤਾਰ। ਇਸ ਵਾਸਤੇ ਤੁਹਾਡੀ ਸ਼ਰਨ 'ਚ ਪਏ, ਇਸ ਵਾਸਤੇ ਤੁਹਾਡੇ ਦਰਵਾਜ਼ੇ 'ਤੇ ਡਿੱਗੇ ਹਾਂ ਕਿ ਮਤਾਂ ਕਿਤੇ ਬਖਸ਼ਿਸ਼ ਕਰਕੇ ਕਦੇ ਸਾਨੂੰ ਵਾਹਿਗੁਰੂ ਪਰਮਾਤਮਾ ਨਿਰਗੁਣੇ ਆਰਿਆਂ ਨੂੰ, ਜਿਹੜੇ ਅਸੀਂ ਗੁਣਾਂ ਤੋਂ ਸਖਣੇ ਹਾਂ, ਕਦੇ ਤਾਂ ਸਾਨੂੰ ਵਾਹਿਗੁਰੂ ਜੀ ਮਿਲਣਗੇ ਨਾ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ, ਆਪਣੀ ਕਿਰਪਾ ਧਾਰਨ ਕਰਕੇ, ਆਪ ਦਇਆ ਦ੍ਰਿਸ਼ਟੀ ਕਰਕੇ, ਆਪ ਮਿਹਰਬਾਨਗੀ ਕਰਕੇ ਕਦੇ ਤਾਂ ਸੱਚੇ ਪਾਤਸ਼ਾਹ ਸਾਨੂੰ ਨਿਰਗੁਣਿਆਂ ਨੂੰ ਆਪਣੇ ਨਾਲ ਮੇਲ ਲੈਣਗੇ ਨਾ। ਜਿਵੇਂ ਕਬੀਰ ਜੀ ਨੇ ਕਿਹਾ, ਕਬੀਰ ਕੇਸੋ ਕੇਸੋ ਕੂਕੀ ਹੈ, ਕੇਸਵ ਕੇਸਵ ਪ੍ਰਮਾਤਮਾ ਦਾ ਨਾਮ ਕੂਕਦੇ ਰਹਿਣਾ ਚਾਹੀਦਾ, ਆਵਾਜ਼ਾਂ ਮਾਰਨੀਆਂ ਚਾਹੀਦੀਆਂ ਹਨ ਹਿਰਦੇ ਕਰਕੇ। ਇਹ ਨਹੀਂ ਵੀ ਉੱਚੀ ਉੱਚੀ ਜ਼ਿਆਦਾ ਬੋਲਾਂਗੇ ਤਾਂ ਮਹਾਰਾਜ ਸੁਣਨਗੇ। ਹਿਰਦਾ ਪੁਕਾਰਦਾ ਹੋਵੇ ਅਤੇ ਮੁਖ ਤੋਂ ਵੀ ਬੋਲਣਾ ਚੰਗਾ ਹੈ। ਆਪਣੇ ਮੁਖ ਤੋਂ ਬੋਲ ਬੋਲ ਕੇ ਕੰਨਾਂ ਰਾਹੀਂ ਸੁਣਾਉਣਾ, ਆਪਣੇ ਆਪ ਨੂੰ ਕੰਨ ਸੁਣਦੇ ਹੋਣ, ਮਨ ਜੁੜਿਆ ਹੋਵੇ। ਕਹਿੰਦੇ ਕੇਸੋ ਕੇਸੋ ਕੂਕੀਆ ਨਾ ਸੋਈਐ ਅਸਾਰ, ਅਸਾਰ ਬੇਖਬਰ ਹੋ ਕੇ ਸੌਂ ਨਹੀਂ ਜਾਣਾ ਚਾਹੀਦਾ, ਸੁਚੇਤ ਰਹਿਣਾ ਚਾਹੀਦਾ, ਮਾਇਆ ਦੇ ਹੱਲਿਆਂ ਵੱਲੋਂ ਜਾਗਦੇ ਰਹਿਣਾ ਚਾਹੀਦਾ ਅਤੇ ਵਾਹਿਗੁਰੂ ਨਾਲ ਚਿੱਤ ਜੋੜਨਾ ਚਾਹੀਦਾ, ਮੁਖ ਤੋਂ ਬੇਨਤੀਆਂ ਕਰਨੀਆਂ ਚਾਹੀਦੀਆਂ। ਰਾਤ ਦਿਵਸ ਕੇ ਕੂਕ ਨੇ, ਪਪੀਏ ਦੀ ਤਰ੍ਹਾਂ ਜੇ ਹਿਰਦਾ ਸਾਡਾ ਪੁਕਾਰਾਂ ਕਰਨ ਲੱਗ ਪਏ, ਰਾਤ ਦਿਨ ਦੇ ਕੂਕਣ ਨਾਲ, ਬੇਨਤੀਆਂ ਕਰਨ ਨਾਲ, ਕਬਹੂ ਕਿ ਸੁਣੈ ਪੁਕਾਰ, ਕਦੇ ਤਾਂ ਮਹਾਰਾਜ ਪੁਕਾਰ ਸੁਣ ਹੀ ਲੈਂਦੇ ਨੇ। ਸੋ ਇਸ ਪ੍ਰਕਾਰ ਕਹਿੰਦੇ ਕਦੇ ਵਾਹਿਗੁਰੂ ਜੀ ਸਾਨੂੰ ਨਿਰਗੁਣ ਮੱਤ ਵਾਲਿਆਂ ਨੂੰ, ਮੱਤ ਨਿਰਗੁਣ, ਸਾਡੀ ਮੱਤ ਨਿਰਗੁਣਾ ਜੀਆਂ ਵਾਲੀ ਹੈ, ਗੁਣਾਂ ਤੋਂ ਸਖਣੇ ਜਿਹੜੇ ਜੀਵ ਨੇ, ਉਹ ਕਦੇ ਸੱਚੇ ਪਾਤਸ਼ਾਹ ਸਾਨੂੰ ਮੇਲ ਲਵੇ ਆਪਣੀ ਕਿਰਪਾ ਧਾਰ ਕੇ। ਰਹਾਓ ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨਾ ਆਵੇ। ਹੇ ਵਾਹਿਗੁਰੂ ਜੀ, ਸਾਡੇ ਵਿੱਚ ਅਵਗੁਣ ਬਹੁਤ ਜ਼ਿਆਦਾ, ਬਹੁਤੋਂ ਬਹੁਤ, ਬਹੁਤ ਤੋਂ ਬਹੁਤ, ਜ਼ਿਆਦਾ ਤੋਂ ਜ਼ਿਆਦਾ ਹਨ ਅਤੇ ਬਹੁ ਬਾਰ ਬਾਰ, ਬਹੁਤੇ ਅਵਗੁਣ ਅਸੀਂ ਵਾਰ ਵਾਰ ਕਰਦੇ ਹਾਂ, ਫਿਰ ਦੁਬਾਰਾ ਅਵਗੁਣ ਕਰਦੇ ਹਾਂ। ਹਰ ਗਣਤ ਨਾ ਆਵੇ ਹੈ ਹਰੀ ਜੀ, ਸਾਡੇ ਅਵਗੁਣਾਂ ਦੀ ਗਿਣਤੀ ਨਹੀਂ ਆਉਂਦੀ, ਸਾਨੂੰ ਹਿਸਾਬ ਕਿਤਾਬ ਨਹੀਂ ਲੱਗ ਰਿਹਾ ਕਿ ਕਿੰਨੇ ਕੁ ਅਵਗੁਣ ਅਸੀਂ ਪਿੱਛੇ ਕਮਾਏ ਹੋਏ ਨੇ, ਕਿੰਨੇ ਕੁ ਹੁਣ ਕਮਾ ਰਹੇ ਹਾਂ, ਅਤੇ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਿੰਨੇ ਕੁ ਅਵਗੁਣ ਕਰਾਂਗੇ। ਤੂੰ ਗੁਣਵੰਤਾ ਹਰ ਹਰ ਦਇਆਲ। ਜੇ ਮਨੁੱਖ ਹੋਰ ਕਰਮ ਕਰਦਾ ਨਾ, ਕੋਈ ਦਾਨ ਕਰ ਲਏ, ਕੋਈ ਤੀਰਥਾਂ ਦੇ ਇਸ਼ਨਾਨ ਕਰ ਲਏ, ਹੋਰ ਸਾਧਨ ਕਰ ਲਏ, ਅਤੇ ਨਾਲ ਉਹਨਾਂ ਕਰਮਾਂ ਦਾ ਹੰਕਾਰ ਵੀ ਪੈਦਾ ਹੁੰਦਾ। ਪਰ ਜੋ ਸਤਿਗੁਰੂ ਦੀ ਪਵਿੱਤਰ ਬਾਣੀ ਹੈ, ਜੇ ਮਨ ਚਿੱਤ ਜੋੜ ਕੇ ਗੁਰਬਾਣੀ ਦਾ ਪਾਠ ਕਰਦੇ ਰਹੀਏ, ਆਮ ਬਹੁਤ ਬਾਣੀ ਦੇ ਅਰਥ ਸਾਨੂੰ ਸਮਝ ਪੈਂਦੇ ਨੇ, ਅਤੇ ਉਹ ਜੇ ਅਸੀਂ ਗੁਰਬਾਣੀ ਦਾ ਪਾਠ ਹੀ ਭਾਵ ਨਾਲ ਗੁਰਬਾਣੀ ਨੂੰ ਜਪੀਏ, ਅਤੇ ਇਸ ਤਰ੍ਹਾਂ ਬੇਨਤੀਆਂ ਸਾਡੇ ਵੱਲੋਂ ਹੋ ਜਾਣਗੀਆਂ ਵਾਹਿਗੁਰੂ ਦੇ ਚਰਨਾਂ 'ਚ, ਅਤੇ ਇਸ ਤਰ੍ਹਾਂ ਹੀ ਵਾਹਿਗੁਰੂ ਨੂੰ ਅਸੀਂ ਪਸੰਦ ਆ ਸਕਦੇ ਹਾਂ। ਜੇ ਹੰਕਾਰ ਕਰਾਂਗੇ ਤਾਂ ਪਸੰਦ ਨਹੀਂ ਆਵਾਂਗੇ। ਸੋ ਇਸ ਵਾਸਤੇ ਜਦੋਂ ਤੱਕ ਵਾਹਿਗੁਰੂ ਦਾ ਮਿਲਾਪ ਨਹੀਂ ਹੋਇਆ, ਉਦੋਂ ਤੱਕ ਫਰਜ਼ ਹੀ ਬਣਦਾ ਬੇਨਤੀਆਂ ਕਰਨ ਦਾ, ਉਦੋਂ ਤੱਕ ਤਾਂ ਵਿਫਾਉਣਾ, ਹੰਕਾਰ ਕਰਨਾ ਆਪਣੇ ਕਰਮ ਦਾ ਫੱਬਦਾ ਹੀ ਨਹੀਂ, ਕਿਉਂਕਿ ਅਜੇ ਕਿਹੜਾ ਵਾਹਿਗੁਰੂ ਦਾ ਮਿਲਾਪ ਹੋਇਆ। ਪਰ ਮਨੁੱਖੀ ਮਨ ਦਾ ਸੁਭਾਅ ਹੈ, ਜਿਹੜਾ ਵੀ ਕਰਮ ਕਰਦਾ ਉਹਦਾ ਹੰਕਾਰ ਕਰਦਾ ਨਹੀਂ। ਗੁਰਬਾਣੀ ਦਾ ਪਾਠ ਨਿਤਨੇਮ ਕਰਨਾ, ਗੁਰਬਾਣੀ ਦੀ ਕਥਾ ਵਿਚਾਰਨੀ, ਸੁਣਨੀ, ਕੀਰਤਨ, ਇਹਦਾ ਮਨੋਰਥ ਹੈ। ਗੁਰੂ ਕੀ ਬਾਣੀ ਦੇ ਸ਼ਬਦ ਨੂੰ ਜਦੋਂ ਆਪਾਂ ਗਾਉਂਦੇ ਹਾਂ ਜਾਂ ਪੜ੍ਹਦੇ ਹਾਂ, ਅਤੇ ਢਲ ਕੇ ਗੁਰਬਾਣੀ ਨਾਲ ਇੱਕਮਿਕ ਹੋ ਕੇ ਕੋਸ਼ਿਸ਼ ਕਰੀਏ, ਜੋ ਸਤਿਗੁਰੂ ਕਹਿ ਰਹੇ ਨੇ ਅਸੀਂ ਕਹਿੰਦੇ, ਸਾਡਾ ਮਨ ਵੀ ਉਸ ਤਰ੍ਹਾਂ ਕਹਿਣ ਲੱਗ ਪਿਆ ਜਦੋਂ ਇਹ ਬੇਨਤੀਆਂ ਵਾਲੇ ਸ਼ਬਦ ਨੇ। ਜੋ ਸਤਿਗੁਰੂ ਉਪਦੇਸ਼ ਦਿੰਦੇ ਨੇ ਉਹ ਇੰਝ ਕਿ ਗੁਰੂ ਮਹਾਰਾਜ ਮੈਨੂੰ ਹੁਣ ਉਪਦੇਸ਼ ਦੇ ਰਹੇ ਨੇ। ਜੋ ਬੇਨਤੀਆਂ ਵਾਲੇ ਸ਼ਬਦ ਨੇ ਉਹ ਸਾਡੇ ਵੱਲੋਂ, ਸਾਡੇ ਵਾਸਤੇ ਹੀ ਇਹ ਬਚਨ ਉਚਾਰੇ ਨੇ ਵੀ ਤੁਸੀਂ ਬੇਨਤੀ ਕਰੋ, ਅਤੇ ਜੇ ਬੇਨਤੀ ਪ੍ਰਵਾਨ ਚੜ੍ਹ ਜੇ ਮਨੋਂ ਤਨੋਂ ਕਰੀਏ ਤਾਂ ਜ਼ਰੂਰ ਮਹਾਰਾਜ ਪ੍ਰਵਾਨ ਕਰਨਗੇ, ਕਿਉਂ ਹਿਰਦੇ ਦੀਆਂ ਭਾਵਨਾਵਾਂ ਨੂੰ ਤਾਂ ਮਹਾਰਾਜ ਜਾਣਦੇ ਨੇ। ਸੋ ਇਸ ਕਰਕੇ ਜਿਹੜੀ ਭਗਤੀ ਸਤਿਗੁਰੂ ਨਾਨਕ ਦੇਵ ਜੀ ਨੇ ਸਿਖਾਈ ਹੈ, ਇਹ ਪ੍ਰੇਮਾ ਭਗਤੀ ਹੈ। ਇਹ ਹਿਰਦਾ ਨਿਵਾਣ ਵਿੱਚ ਲਿਜਾਣ ਵਾਲੀ ਭਗਤੀ ਹੈ। ਹਿਰਦੇ ਨੂੰ ਨੀਵਾਂ ਕਰਨ ਦਾ ਉਪਦੇਸ਼ ਹੈ ਕਿ ਨੀਵਾਂ ਕਰਕੇ ਬੇਨਤੀ ਕਰੋ,
ਅਸੀਂ ਤਾਂ ਤੁਛ ਬੱਪੜੇ ਜੀਵ ਹਾਂ। ਵਾਹਿਗੁਰੂ ਜੀ ਐਡੇ ਵੱਡੇ ਪਹਾੜ ਦੀ ਨਹੀਂ, ਅਸੀਂ ਇੱਕ ਰੇਤ ਦੇ ਕਿਣਕੇ ਜ਼ਰੇ ਵਰਗੇ। ਅਸੀਂ ਨਹੀਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਸਕਦੇ। ਇਹ ਤਾਂ ਵਾਹਿਗੁਰੂ ਜੀ ਦੀ ਅਨੁਗ੍ਰਹ ਹੋਵੇਗੀ। ਪਹਾੜ ਦੀ ਮਰਜ਼ੀ ਹੈ ਇੱਕ ਰੇਤ ਦੇ ਜ਼ਰੇ ਨੂੰ, ਕਿਣਕੇ ਨੂੰ ਆਪਣੇ ਨਾਲ ਮਿਲਾ ਕੇ ਰੱਖਣਾ ਤੇ ਦੂਰ ਕਰ ਦੇਣਾ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ, ਤੂੰ ਗੁਣਵੰਤਾ ਹਰ ਹਰ ਦਇਆਲ। ਇਹ ਤੂੰ ਸ਼ਬਦ ਕਈ ਵਾਰੀ ਕਿਸੇ ਨੂੰ ਕਹੀਏ ਤੇ ਕਿਹਾ ਜਾਂਦਾ ਤੁਸੀਂ ਨਰਾਦਰ ਕਰਤਾ, ਤੁਸੀਂ ਕਹਿਣਾ ਚਾਹੀਦਾ ਸੀ। ਸਵਾਲ ਉੱਠਦਾ ਵੀ ਗੁਰੂ ਕੀ ਬਾਣੀ ਵਿੱਚ ਤੂੰ ਸ਼ਬਦ ਤਾਂ ਵਰਤਿਆ ਕਿਉਂਕਿ ਇੱਕੋ ਇੱਕ ਹੈ ਪਰਮਾਤਮਾ। ਇਹ ਜਣਾਏ ਕਿਸ ਗੱਲ ਦਾ ਕਿ ਵਾਹਿਗੁਰੂ ਇੱਕ ਹੀ ਹੈ, 2 4 5 7 ਨਹੀਂ। ਬਹੁਤਿਆਂ ਨੂੰ ਨਾ ਮੰਨੋ ਤੇ ਔਰ ਹਮੇ ਨਾਲ, ਬਹੁਤੀ ਆਪਣਤ ਦੇ ਨਾਲ ਇਹ ਬਚਨ ਕੀਤਾ ਹੋਇਆ। ਇਹ ਤੂੰ ਵਾਹ ਦੇ ਕਸਤੀਆਂ ਹੈ ਵਾਹਿਗੁਰੂ, ਤੁਸੀਂ ਗੁਣਾਂ ਦੇ ਮਾਲਕ ਹੋ, ਗੁਣਾਂ ਦੇ ਦਾਤੇ, ਗੁਣਾਂ ਦੇ ਖਜ਼ਾਨੇ ਹੋ, ਗੁਣਾਂ ਵਾਲੇ ਹੋ। ਹੇ ਹਰੀ ਤੁਸੀਂ ਦੁੱਖਾਂ ਦੇ ਹਾਰਕ ਹੋ। ਹੇ ਹਰੀ ਜੀ ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲੇ ਹੋ। ਦਇਆ ਦੇ ਸੋਮੇ ਹੋ, ਦਇਆ ਦੇ ਘਰ ਹੋ ਸੱਚੇ ਪਾਤਸ਼ਾਹ। ਹਰ ਆਪੇ ਬਖਸ਼ ਲੈ ਹੇ ਹਰ ਭਾਵੈ। ਹੇ ਹਰੀ ਜੀ ਜੇ ਸਾਡੇ ਔਗੁਣ ਤੁਸੀਂ ਵਿਚਾਰੋਗੇ, ਔਗੁਣਾਂ ਦੀ ਗਿਣਤੀ ਮਿਣਤੀ ਕਰੋਗੇ, ਫਿਰ ਤਾਂ ਕਦੇ ਵੀ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਸਾਡੇ ਔਗੁਣ ਹੀ ਬਹੁਤ ਜ਼ਿਆਦਾ ਹਨ, ਪਰ ਅਸੀਂ ਟੇਕ ਤੁਹਾਡੇ 'ਤੇ ਰੱਖੀ। ਸਾਨੂੰ ਪਤਾ ਕਿ ਤੁਸੀਂ ਗੁਣਵੰਤੇ ਹੋ, ਗੁਣਾਂ ਦਾ ਦਾਨ ਦੇਣ ਵਾਲੇ, ਗੁਣਾਂ ਦੇ ਦਾਤੇ, ਗੁਣਾਂ ਦੇ ਮਾਲਕ ਹੋ ਤੇ ਬਹੁਤੇ ਦਿਆਲੂ ਕਿਰਪਾਲੂ ਹੋ ਸੱਚੇ ਪਾਤਸ਼ਾਹ। ਤੇ ਜਦੋਂ ਮਹਾਰਾਜ ਤੁਹਾਨੂੰ ਭਾਉਂਦਾ ਹੈ, ਹੇ ਹਰੀ ਜੀ ਜੇ ਤੁਹਾਨੂੰ ਭਾ ਜਾਂਦਾ ਹੈ ਤੇ ਤੁਸੀਂ ਆਪ ਹੀ ਬਖਸ਼ ਲੈਂਦੇ ਹੋ। ਤੁਸੀਂ ਬਖਸ਼ ਲਓਗੇ ਤੇ ਅਸੀਂ ਬਖਸ਼ੇ ਜਾਵਾਂਗੇ, ਤਾਂ ਅਸੀਂ ਤਰ ਸਕਦੇ ਹਾਂ। ਜੇ ਤੁਸੀਂ ਬਖਸ਼ੋਗੇ ਨਹੀਂ ਤੇ ਸਾਡਾ ਪਾਰ ਉਤਾਰਾ ਨਹੀਂ ਹੈ। ਸਤਿਗੁਰੇ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖਾ ਛੂਟਹਿ, ਹਮ ਨਿਰਗੁਣ ਲੇਹੋ ਉਬਾਰੀ। ਲੇਖਾ ਛੱਡ ਕੇ ਅਲੇਖੇ ਵਿੱਚ ਆ ਕੇ, ਲੇਖੇ ਤੋਂ ਰਹਿਤ ਹੋ ਜਾਈਏ। ਤੁਸੀਂ ਲੇਖੇ ਤੋਂ ਰਹਿਤ ਜਾਣ ਕੇ, ਲੇਖਾ ਜੋਖਾ ਛੱਡ ਕੇ ਤੇ ਅਲੇਖੇ 'ਚ ਸਾਨੂੰ ਤੁਸੀਂ ਬਖਸ਼ ਸਕਦੇ ਹੋ। ਅਸੀਂ ਲੇਖਿਆਂ ਕਰਕੇ ਤਾਂ ਨਹੀਂ ਛੁੱਟ ਸਕਦੇ। ਜੇ ਲੇਖਾ ਜੋਖਾ ਛੱਡ ਕੇ ਸਾਨੂੰ ਬਖਸ਼ਣਾ ਚਾਹੋ ਤੇ ਫਿਰ ਅਸੀਂ ਛੁੱਟ ਸਕਦੇ ਹਾਂ। ਸਦ ਬਖਸ਼ਿੰਦ, ਵਾਹਿਗੁਰੂ ਦੇ ਵਿੱਚ ਗੁਣ ਨੇ। ਸਦਾ ਬਖਸ਼ਿੰਦ ਨੇ, ਬਖਸ਼ਣਹਾਰ ਹਨ। ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਦਾ ਹੀ ਮਿਹਰ ਕਰਨ ਦੀ ਆਦਤ ਪਈ ਹੋਈ। ਸਭਨਾਂ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲੈ ਹੋਏ ਬਾਰੀ। ਇਸ ਪ੍ਰਕਾਰ ਹਜੂਰ ਕਹਿੰਦੇ ਨੇ ਤੁਸੀਂ ਮਹਾਰਾਜ ਜਦੋਂ ਤੁਹਾਨੂੰ ਪਾਉਂਦਾ, ਜੇ ਤੁਹਾਨੂੰ ਪਾਉਂਦਾ ਤੇ ਤੁਸੀਂ ਆਪ ਹੀ ਬਖਸ਼ ਲੈਂਦੇ ਹੋ। ਅਨੇਕਾਂ ਜੀਆਂ ਨੂੰ ਬਖਸ਼ਿਆ ਪਿਛੇ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਚਨ ਫਰਮਾਉਂਦੇ ਨੇ। ਇਸ ਪ੍ਰਕਾਰ ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ। ਅਸੀਂ ਸਾਂ ਸੱਚੇ ਪਾਤਸ਼ਾਹ ਅਪਰਾਧੀ, ਅਪਰਾਧ ਕਰਨ ਵਾਲੇ ਗੁਨਾਹਗਾਰ। ਗੁਰਾਂ ਦੀ ਸੰਗਤ ਵਿੱਚ ਸਾਨੂੰ ਮਿਲਾ ਕੇ ਤੁਸੀਂ ਰੱਖ ਲਿਆ ਸੱਚੇ ਪਾਤਸ਼ਾਹ, ਤੇ ਗੁਰੂ ਮੁਖ ਦੁਆਰਾ ਸਾਨੂੰ ਤੁਸੀਂ ਦਿੱਤਾ ਉਪਦੇਸ਼। ਜਿਸ ਗੁਰੂ ਸਾਹਿਬ ਦੀ ਸੰਗਤ ਵਿੱਚ ਮਿਲਾਇਆ, ਉਹਨਾਂ ਸਤਿਗੁਰਾਂ ਨੇ ਜੋ ਤੁਹਾਡਾ ਹੀ ਰੂਪ ਨੇ, ਉਹਨਾਂ ਉਪਦੇਸ਼ ਕੀ ਦਿੱਤਾ? ਹਰੀ ਨਾਮ ਦਾ। ਵਾਹਿਗੁਰੂ ਜੀ ਤੁਹਾਡੇ ਨਾਮ ਦਾ ਉਪਦੇਸ਼ ਦਿੱਤਾ ਸਤਿਗੁਰਾਂ ਨੇ, ਤੇ ਇਹ ਤੁਹਾਡਾ ਨਾਮ ਹੀ ਸਾਨੂੰ ਛਡਾਉਂਦਾ ਪਿਆ। ਇਹ ਹਰੀ ਦਾ ਨਾਮ ਛਡਾ ਲੈਂਦਾ ਅਨੇਕਾਂ ਗੁਨਾਹਗਾਰਾਂ ਨੂੰ। ਇਸ ਕਰਕੇ ਸਾਨੂੰ ਵੀ ਛਡਾ ਲਿਆ ਇਸ ਨਾਮ ਨੂੰ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰੂ। ਸਤਿਗੁਰੂ ਅਮਰਦਾਸ ਮਹਾਰਾਜ ਬਾਰੇ ਕਹਿ ਰਹੇ ਨੇ, ਧੰਨ ਗੁਰੂ ਰਾਮਦਾਸ ਕੇ ਮਹਾਰਾਜ, ਹੈ ਮੇਰੇ ਸਤਿਗੁਰੂ ਜੀ ਤੁਹਾਡੇ ਕਿਹੜੇ ਕਿਹੜੇ ਗੁਣ ਮੈਂ ਬਿਆਨ ਕਰਾਂ। ਜਿਵੇਂ ਬਚਨ ਹਨ, ਜਿਹਵਾ ਏਕ ਕਵਨ ਗੁਣ ਕਹੀ ਹੈ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਮੇਰੇ ਸਤਿਗੁਰੂ ਜੀ ਤੁਹਾਡੇ ਕਿਹੜੇ ਕਿਹੜੇ ਗੁਣ ਮੈਂ ਬਿਆਨ ਕਰਾਂ। ਜਬ ਗੁਰ ਬੋਲਾ ਹੈ ਤਬ ਬਿਸਮ ਹੋਏ ਜਾ। ਜਦੋਂ ਅਸੀਂ ਗੁਰੂ ਗੁਰੂ ਜਪਦੇ ਹਾਂ, ਗੁਰੂ ਗੁਰੂ ਬੋਲਦੇ ਹਾਂ, ਤਾਂ ਸੱਚੇ ਪਾਤਸ਼ਾਹ ਸਾਡੇ ਉੱਪਰ ਬਿਸਮਾਦਤਾਈ ਵਾਲੀ ਅਵਸਥਾ ਤਾਰੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਅਸਚਰਜ ਆਤਮਕ ਦਸ਼ਾ ਹੋ ਜਾਂਦੀ ਹੈ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖਿਆ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਸਾਡੇ ਵਰਗੇ ਅਪਰਾਧੀਆਂ ਨੂੰ ਜਿਸ ਢੰਗ ਨਾਲ ਸਤਿਗੁਰੂ ਮਹਾਰਾਜ ਨੇ ਸਾਨੂੰ ਰੱਖ ਲਿਆ, ਸੰਸਾਰ ਸਮੁੰਦਰ 'ਚ ਡੁੱਬਣ ਤੋਂ ਬਚਾ ਲਿਆ ਤੇ ਛਡਾ ਲਿਆ ਜਮਾਂ ਤੋਂ, ਵਕਾਰਾਂ ਤੋਂ, ਅਵਰ ਹੋਰ ਕੋਈ ਹੈ ਐਸਾ ਜਿਹੜਾ ਰੱਖ ਸਕਦਾ ਹੈ?
ਹੋਰ ਭਾਵ ਕੌਣ ਹੈ ਐਸਾ ਜਿਹੜਾ ਸਾਨੂੰ ਬਚਾ ਲੈਂਦਾ। ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਸੀ ਨਾ ਹੈ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ। हे ਮੇਰੇ ਸਤਿਗੁਰੂ ਜੀ, ਤੁਸੀਂ ਮੇਰੇ ਪਿਤਾ ਜੀ ਹੋ, ਤੁਸੀਂ ਹੀ ਮੇਰੇ ਸਤਿਗੁਰੂ ਜੀ ਮਾਤਾ ਹੋ। ਤੂੰ ਗੁਰਬੰਧਪ ਮੇਰਾ ਸਖਾ ਸਖਾ ਹੈ, ਤੁਸੀਂ ਹੀ ਸੱਚੇ ਪਾਤਸ਼ਾਹ ਮੇਰੇ ਬੰਧਪ ਸੰਬੰਧੀ ਹੋ, ਤੁਸੀਂ ਹੀ ਮੇਰੇ ਸਖਾ ਮਿੱਤਰ ਹੋ, ਸਖਾਏ ਸਹਾਇਤਾ ਕਰਨ ਵਾਲੇ, ਮਿੱਤਰ ਬਣ ਕੇ ਸਹਾਈ ਹੋਣ ਵਾਲੇ ਸੱਚੇ ਪਾਤਸ਼ਾਹ ਤੁਸੀਂ ਹੋ, ਸਦਾ ਦਾ ਸਾਥ ਦੇਣ ਵਾਲੇ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਸੋ ਇਸ ਪ੍ਰਕਾਰ ਇਹ ਸ਼ਲੋਕ ਹੈ ਜਿਵੇਂ ਸਤਿਗੁਰੂ ਅਰਜਨ ਦੇਵ ਜੀ ਦਾ। ਇੱਥੇ ਵੀ ਇਹ ਬਚਨ ਹਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹੇ ਸੱਚੇ ਪਾਤਸ਼ਾਹ, ਜਿਹੋ ਜਿਹਾ ਸਾਡਾ ਜੀਵਨ ਦਾ ਢੰਗ ਸੀ, ਜਿਹੋ ਜਿਹੀ ਸਾਡੀ ਵਿਧੀ ਸੀ, ਜਿਹੋ ਜਿਹਾ ਤੌਰ ਤਰੀਕਾ ਸੀ, ਹੁੰਦਾ ਸੀ ਪਹਿਲਾਂ, ਹੇ ਮੇਰੇ ਸਤਿਗੁਰੂ ਜੀ, ਉਹ ਸਾਡੇ ਜੀਵਨ ਦੀ ਵਿਧੀ ਨੂੰ, ਸਾਡੀ ਦਸ਼ਾ ਨੂੰ ਤੁਸੀਂ ਹਰੀ ਪ੍ਰਮਾਤਮਾ ਸਰੂਪ ਸਤਿਗੁਰੂ ਜੀ ਤੁਸੀਂ ਜਾਣਦੇ ਹੋ, ਤੁਹਾਨੂੰ ਸਾਰਾ ਕੁਝ ਪਤਾ ਜੋ ਸਾਡੀ ਹਾਲਤ ਸੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਧੰਨ ਸਤਿਗੁਰੂ ਰਾਮਦਾਸ ਜੀ ਦੀ ਨਿਮਰਤਾ ਹੈ। ਕਹਿੰਦੇ ਮਹਾਰਾਜ ਅਸੀਂ ਤਾਂ ਰੁਲਦੇ ਫਿਰਦੇ ਸੀ, ਕੋਈ ਬਾਤ ਨਾ ਪੁੱਛਤਾ। ਬਾਤ ਨਾ ਬਾਤ, ਗੱਲਬਾਤ, ਸਾਡੀ ਕੋਈ ਗੱਲ ਵੀ ਨਹੀਂ ਸੀ ਪੁੱਛਦਾ, ਕੋਈ ਬਾਤ ਨਹੀਂ ਸੀ ਪੁੱਛਦਾ, ਸਾਡੀ ਹਾਲਤ ਨਹੀਂ ਸੀ ਕੋਈ ਪੁੱਛਦਾ, ਦੁੱਖ ਦਰਦ ਕੋਈ ਨਹੀਂ ਸੀ ਪੁੱਛਦਾ ਸੁਣਦਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਪਰ ਗੁਰੂ ਪੂਜਨੀਕ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਸੰਗ ਸਾਥ ਕੀਰੇ ਸਾਹਿ ਕੀੜੇ ਸਾਂ ਅਸੀਂ, ਥਾਪੇ ਗਏ ਭਾਵ ਵਡਿਆਈ ਮਿਲੀ। ਥਾਪਣਾ ਹੁੰਦੀ ਹੈ ਵਡਿਆਈ ਮਿਲਣੀ। ਸਤਿਗੁਰਾਂ ਦੀ ਸੰਗਤ 'ਚ ਰਹਿ ਕੇ ਸਾਨੂੰ ਕੀੜਿਆਂ ਨੂੰ ਵੀ ਵਡਿਆਈ ਥੋੜ੍ਹੀ ਮਿਲ ਗਈ। ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਮੈਂ ਦਾਸ ਜਨ ਸੇਵਕ ਦਾ ਜੋ ਗੁਰੂ ਹੈ। ਧੰਨ ਸਤਿਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦਾਸ, ਧੰਨ ਪਿੱਛੇ ਵੀ ਸਨ, ਧੰਨ ਹੁਣ ਹਨ। ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਜਿਨ੍ਹਾਂ ਸਤਿਗੁਰਾਂ ਨੂੰ ਮਿਲਣ ਕਰਕੇ, ਜਿਨ੍ਹਾਂ ਦੇ ਮਿਲਾਪ ਦੀ ਵਜ੍ਹਾ ਨਾਲ, ਜਿਨ੍ਹਾਂ ਦੇ ਮਿਲਾਪ ਕਰਕੇ ਸਾਡੇ ਚੁੱਕ ਗਏ ਸਾਰੇ, ਦੂਰ ਹੋ ਗਏ ਸੋਗ ਫਿਕਰ ਝੋਰੇ ਤੇ ਸੰਤਾਪੇ ਕਲੇਸ਼। ਜਿਹੜਾ ਤਾਪ ਦੁੱਖ ਹਿਰਦੇ ਨੂੰ ਦੁਖੀ ਕਰੇ ਉਹਨੂੰ ਕਹਿੰਦੇ ਸੰਤਾਪ। ਸੋ ਸਾਰੇ ਕਲੇਸ਼ ਦੂਰ ਹੋ ਗਏ, ਮਨ 'ਚ ਸ਼ਾਂਤੀ ਹੈ, ਕੋਈ ਸੋਗ ਨਹੀਂ, ਕੋਈ ਸੰਤਾਪ ਨਹੀਂ। ਗੌੜੀ ਬੈਰਾਗਣ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਗੌੜੀ ਰਾਗਣੀ ਦੀ ਵੰਨਗੀ ਬੈਰਾਗਣ ਦੇ ਅੰਦਰ ਸਤਿਗੁਰੂ ਉਪਦੇਸ਼ ਦੇ ਅੰਦਰ ਸਾਡੀ ਜੀਆਂ ਦੀ ਹਾਲਤ ਬਿਆਨ ਕਰ ਰਹੇ ਨੇ, ਆਪਣੇ ਆਪ ਤੇ ਘਟਾ ਕੇ। ਕਹਿੰਦੇ ਬੇਨਤੀ ਕਰੋ ਇੰਝ ਵਾਹਿਗੁਰੂ ਦੇ ਚਰਨਾਂ 'ਚ ਕਿ ਹੇ ਵਾਹਿਗੁਰੂ ਜੀ, ਕੰਚਨ ਨਾਰੀ ਮਹਿ ਜੀਓ ਲੁਭਤ ਹੈ। ਮੇਰਾ ਜੋ ਜੀਓ ਮਨ ਹੈ ਨਾ ਸੱਚੇ ਪਾਤਸ਼ਾਹ, ਇਹ ਸੋਨੇ ਵਿੱਚ, ਸੋਨੇ ਦੇ ਗਹਿਣੇ ਆ। ਜਿਵੇਂ ਇਸਤਰੀਆਂ, ਮਰਦ ਵੀ ਅੱਜ ਕੱਲ੍ਹ ਬੜੇ ਗਹਿਣੇ ਪਾਉਂਦੇ ਨੇ, ਕੰਨਾਂ 'ਚ ਕੁੰਡਲ ਪਾਉਂਦੇ ਨੇ, ਕਈ ਕੁਛ ਕਰਦੇ ਨੇ। ਸੋਨਾ ਮਹਿੰਗੀ ਧਾਤ, ਸੋਨਾ ਜਮ੍ਹਾਂ ਕਰਨ ਦੀ ਲਾਲਸਾ ਮਨੁੱਖ ਨੂੰ। ਔਰ ਇਸ ਪ੍ਰਕਾਰ ਕਹਿੰਦੇ ਕੰਚਨ ਸੋਨਾ ਚਾਂਦੀ ਰੋਕੜੀ ਰੁਪਈਏ ਕਹਿ ਲਓ। ਇਹ ਜਿਹੜਾ ਧਨ ਹੈ ਕੰਚਨ, ਨਾਰੀ ਇਸਤਰੀ, ਇਹ ਕੰਚਨ ਧਨ ਆਦਿਕ ਸੋਨਾ, ਇਹ ਤਾਂ ਹੈ ਜੜ ਮਾਇਆ, ਤੇ ਇਸਤਰੀ ਧੀਆਂ ਪੁੱਤਰ ਅੱਗੇ ਚੇਤਨ ਮਾਇਆ। ਸੋ ਸੋਨੇ ਚਾਂਦੀ 'ਚ ਤੇ ਨਾਰੀ ਇਸਤਰੀ ਦੇ ਮੋਹ ਵਿੱਚ ਜੀਓ ਲੁਭਤ ਹੈ। ਮਨ ਲੁਭਾਏ ਮਨ ਹੋ ਰਿਹਾ ਸੱਚੇ ਪਾਤਸ਼ਾਹ, ਇੱਥੋਂ ਨਿਕਲਦਾ ਹੀ ਨਹੀਂ। ਜਾਂ ਸਰੀਰਾਂ ਦੇ ਨਾਲ ਲਗਾਓ ਹੈ ਜਾਂ ਜੜ ਮਾਇਆ ਦੇ ਨਾਲ ਲਗਾਓ। ਮੋਹ ਮਿੱਠਾ ਮਾਇਆ, ਤੇ ਮਾਇਆ ਦਾ ਮੋਹ ਬਹੁਤ ਮਿੱਠਾ ਲੱਗ ਰਿਹਾ ਹੈ। ਜਿਨ ਮਾਇਆ ਦੀਨੀ ਤਨ ਲਾਈ ਤ੍ਰਿਸ਼ਨਾ, ਤ੍ਰਿਸ਼ਨਾ ਲਾਈ ਹੋਈ ਹੈ, ਪਰ ਗੁਰਾਂ ਦੇ ਉਪਦੇਸ਼ ਰਾਹੀਂ ਕੱਢਦਾ ਵੀ ਵਾਹਿਗੁਰੂ ਆਪ ਹੀ ਹੈ। ਸੋ ਸੱਚੇ ਪਾਤਸ਼ਾਹ ਤੁਹਾਡੀ ਪੈਦਾ ਕੀਤੀ ਜਿਹੜੀ ਰਚੀ ਹੋਈ ਮਾਇਆ ਹੈ, ਇਹਦਾ ਮੋਹ ਬਹੁਤ ਮਿੱਠਾ ਲੱਗ ਰਿਹਾ ਹੈ। ਇਹੋ ਜਿਹੀ ਹਾਲਤ ਆ ਸਾਡੀ। ਘਰ ਮੰਦਰ ਘੋੜੇ ਖੁਸ਼ੀ, ਘਰ ਆਮ ਕੱਚੇ ਤੇ ਮੰਦਰ ਪੱਕੇ ਮਹੱਲ। ਘੋੜੇ ਵੇਖ ਵੇਖ ਕੇ ਬੜੀਆਂ ਖੁਸ਼ੀਆਂ ਜਾਗਦੀਆਂ ਹਨ। ਸੋ ਇਹ ਕੂੜੀ ਰਲੀ ਹੈ, ਝੂਠੀਆਂ ਖੁਸ਼ੀਆਂ ਹਨ, ਸੰਸਾਰੀ ਖੁਸ਼ੀਆਂ। ਆਪਾਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਤੇ ਪੜ੍ਹਦੇ ਹਾਂ ਗੁਰੂ ਕਾ ਬਚਨ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਿੰਦਰ ਕਰੇ।
ਪਰ ਉਹ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰੂ ਦੀ ਨਜ਼ਰ ਵਿੱਚ ਆਤਮਿਕ ਅਵਸਥਾ ਹਨ। ਦੁਨਿਆਵੀ ਖੁਸ਼ੀਆਂ ਦੇ ਪਿੱਛੇ ਸੋਗ ਛੁਪਿਆ ਹੁੰਦਾ। ਦੁਨਿਆਵੀ ਖੁਸ਼ੀਆਂ 'ਚ ਆ ਕੇ ਲੋਕ ਸ਼ਰਾਬਾਂ ਕਬਾਬਾਂ ਦੇ ਦੌਰ ਚਲਾ ਦਿੰਦੇ ਨੇ ਅਤੇ ਗੰਦੇ ਮੰਦੇ ਗੀਤ ਸੁਣਨ 'ਚ ਵੀ ਖੁਸ਼ੀ ਦਾ ਮੌਕਾ ਹੈ। ਅਤੇ ਜਦੋਂ ਕੋਈ ਐਸਾ ਮੌਕਾ ਵਾਪਰ ਜੇ, ਸਮਾਂ ਵਾਪਰ ਜੇ, ਅਤੇ ਫਿਰ ਗਮਰੁੱਠ ਜੇ ਹੋ ਜਾਂਦੇ, ਫਿਰ ਉਦਾਸ ਗਮਗੀਨ ਢੇਰੀ ਢਾਹ ਕੇ ਬਹਿ ਜਾਂਦੇ, ਫਿਰ ਰੋਣਾ ਧੋਣਾ, ਕਹਾ ਹੀ ਕਲਾਪ ਕਰਨਾ, ਕੇਸ ਪੁੜ ਪੁੜ ਸੁੱਟਣੇ। ਇਹ ਦਵੰਦਾਵਾਦ ਸੰਸਾਰ 'ਚ ਹੈ। ਹਜ਼ੂਰ ਕਹਿ ਰਹੇ ਨੇ ਕਿ ਬੇਨਤੀ ਕਰੋ ਮਹਾਰਾਜ, ਘਰ ਮੰਦਰ ਘੋੜਿਆਂ ਦੀਆਂ ਖੁਸ਼ੀਆਂ ਬਹੁਤ ਨੇ, ਸਵਾਰੀਆਂ ਬੜੀਆਂ ਮਿਲੀਆਂ, ਗੱਡੀਆਂ ਮਹਿੰਗੀਆਂ ਮਿਲੀਆਂ ਹੋਈਆਂ, ਮੰਦਰ ਮਹੱਲ ਪੱਕੇ ਮਿਲੇ ਹੋਏ, ਮਨ ਆਨ ਰਸ ਲਾਇਆ। ਅਤੇ ਮਨ ਜਿਹੜਾ ਨਾ ਇਹਨਾਂ ਖੁਸ਼ੀਆਂ ਵਿੱਚ ਵੀ ਲੱਗਾ ਹੋਇਆ, ਅਤੇ ਆਨ ਰਸ ਤੇਰੇ ਨਾਮ ਤੋਂ ਬਗੈਰ ਜਿਹੜੇ ਅਨ ਹੋਰ, ਅਨ ਦਾ ਅਰਥ ਹੈ ਹੋਰ, ਰਸ ਜਿਵੇਂ ਸ਼ਰਾਬਾਂ ਕਬਾਬਾਂ ਦੇ ਰਸ ਨੇ, ਖਾਣ ਪੀਣ ਵਾਲੇ ਪਦਾਰਥਾਂ ਦੇ ਰਸ ਨੇ, ਵਿਕਾਰਾਂ ਦਾ ਰਸ ਹੈ, ਇਹਨਾਂ ਰਸਾਂ 'ਚ ਮੈਂ ਆਪਣਾ ਮਨ ਲਾਇਆ ਹੋਇਆ। ਹਰ ਪ੍ਰਭ ਚਿਤ ਨ ਆਵੇ, ਕਿਉਂ ਛੂਟਾ ਮੇਰੇ ਹਰ ਰਾਇਆ। ਹਰੀ ਪ੍ਰਭੂ ਅਕਾਲ ਪੁਰਖ ਜੀ, ਤੁਸੀਂ ਚਿੱਤ ਵਿੱਚ ਕਦੇ ਆਏ ਹੀ ਨਹੀਂ। ਤੁਹਾਡਾ ਨਾਮ, ਤੁਹਾਡਾ ਪ੍ਰੇਮ, ਤੁਹਾਡੀ ਯਾਦ ਮੇਰੇ ਹਿਰਦੇ 'ਚ ਨਹੀਂ ਕਦੇ ਆਈ। ਹੇ ਮੇਰੇ ਹਰੀ ਰਾਜਾ ਰੂਪ, ਸਾਰੇ ਸੰਸਾਰ ਦੇ ਮਾਲਕ ਵਾਹਿਗੁਰੂ ਹਨ। ਰਾਜੇ ਬਣ ਬਹਿੰਦੇ ਆ ਸੰਸਾਰ ਦੇ ਲੋਕ, ਪਰ ਇਹਨਾਂ ਰਾਜਿਆਂ ਦੀ ਡੋਰ ਵਾਹਿਗੁਰੂ ਦੇ ਹੱਥ ਵਿੱਚ ਆ, ਜਦੋਂ ਮਰਜ਼ੀ ਪਲਟਾ ਕੇ ਸੁੱਟਦਾ। ਰਾਜਾ ਜਿਹਦੇ ਹੱਥ ਵਿੱਚ ਡੋਰ ਹੈ ਸਾਰੇ ਸੰਸਾਰ ਦੀ, ਉਹੀ ਰਾਜਾ ਪਰਮਾਤਮਾ। ਔਰ ਹੇ ਮੇਰੇ ਹਰੀ ਰਾਜਾ ਜੀ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਵੀ ਕਿਸ ਤਰ੍ਹਾਂ ਮੈਂ ਛੁੱਟ ਸਕਦਾ ਹਾਂ ਸੱਚੇ ਪਾਤਸ਼ਾਹ ਵਿਕਾਰਾਂ ਦੇ ਬੰਧਨਾਂ ਤੋਂ, ਜਮਾਂ ਦੇ ਬੰਧਨਾਂ ਤੋਂ, ਜੰਮਣ ਮਰਨ ਦੇ ਬੰਧਨਾਂ ਤੋਂ ਕਿਵੇਂ ਛੁੱਟ ਸਕਦਾ। ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ। ਹੇ ਰਾਮ ਰਮੇ ਹੋਏ ਵਿਆਪਕ ਸਰੂਪ, ਹੇ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਇਹ ਨੀਚ ਕਰਮ, ਨੀਵੇਂ ਕਰਮ, ਭਾਵ ਕਿ ਕਮੀਣੇ ਕਰਮ ਮੇਰੇ ਹਨ। ਮੈਂ ਕਮੀਣੇ ਕਰਮ ਕਰਨ ਵਾਲਾ ਹਾਂ, ਅਧੋਗਤੀ ਨੂੰ ਜਾਣ ਵਾਲੇ ਕਰਮ ਕਰਨ ਵਾਲਾ ਹਾਂ। ਮੈਂ ਅਧਮ ਹਾਂ, ਨੀਚ ਹਾਂ। ਗੁਣਵੰਤਾ ਹਰ ਹਰ ਦਇਆਲ, ਤੁਸੀਂ ਮਾਰੇ ਗੁਣਾਂ ਦੇ ਖਜ਼ਾਨੇ, ਗੁਣਾਂ ਦੇ ਦਾਤੇ, ਗੁਣਾਂ ਵਾਲੇ ਹੋ। ਤੁਹਾਡੇ ਵਿੱਚ ਤਾਂ ਸਾਰੇ ਸ਼ੁਭ ਗੁਣ ਹੀ ਗੁਣ ਹਨ, ਔਗੁਣ ਹੈ ਹੀ ਕੋਈ ਨਹੀਂ। ਤੁਸੀਂ ਮਹਾਰਾਜ ਦਇਆਲੂ ਕਿਰਪਾਲੂ ਹੋ। ਹੇ ਹਰੀ ਅਕਾਲ ਪੁਰਖ ਜੀ, ਅਤੇ ਪਿੱਛੇ ਵੀ ਦਿਆਲੂ ਸੀ, ਪਿੱਛੇ ਵੀ ਹਰੀ, ਹੁਣ ਵੀ ਹਰੀ, ਦਿਆਲੂ ਵੀ। ਕਰ ਕਿਰਪਾ ਬਖਸ਼ ਸਭ ਗੁਣ ਸਭ ਮੇਰੇ। ਤੁਹਾਡੇ ਚਰਨਾਂ 'ਚ ਹੈ ਵਾਹਿਗੁਰੂ ਜੀ ਬੇਨਤੀ ਹੈ ਕਿ ਤੁਸੀਂ ਆਪਣੀ ਕਿਰਪਾ ਕਰਕੇ ਦਰਵੀਪੂਤ ਹੋ ਗਏ, ਬਖਸ਼ਿਸ਼ ਦੇ ਘਰ 'ਚ ਆ ਕੇ ਮੇਰੇ ਸਾਰੇ ਅਵਗੁਣ ਬਖਸ਼ ਦਿਓ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਗੁਨਹਗਾਰ। ਹਰ ਜੀਓ ਲੇਖੈ ਵਾਰ ਨਾ ਆਵੇ, ਤੂੰ ਬਖਸ਼ ਮਿਲਾਵਣ ਹਾਰ। ਸੋ ਇਸ ਪ੍ਰਕਾਰ ਰਹਾਓ ਦੀਆਂ ਪੰਕਤੀਆਂ 'ਚ ਉਪਦੇਸ਼ ਦਿੱਤਾ ਕਿ ਸਦਾ ਹੀ ਇੰਝ ਕਹਿਣਾ। ਭਾਈ ਗੁਰਦਾਸ ਨੇ ਕਿਹਾ, ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲੇਖੈ ਅੰਦਰ ਪਾਈ। ਚੰਗਾ ਕਰਕੇ ਵੀ ਨੀਚ ਹੀ ਸਦਾਉਣਾ, ਕੁਝ ਬਣ ਨਾ ਬਹਿਣਾ। ਸੋ ਇਸ ਪ੍ਰਕਾਰ ਨੇਕੀਆਂ ਕਰਕੇ ਵੀ ਆਪਣੇ ਆਪ ਨੂੰ ਬੁਰਾ ਹੀ ਸਮਝਣਾ, ਕਿਉਂਕਿ ਪਿੱਛੇ ਵੀ ਕੁਝ ਬੁਰਾ ਕੀਤਾ ਹੋਵੇਗਾ ਤਾਂ ਹੀ ਤਾਂ ਵਿਛੋੜਾ ਪਿਆ ਵਾਹਿਗੁਰੂ ਤੋਂ। ਜੇ ਬੁਰਾ ਕੁਝ ਹੁੰਦਾ ਹੀ ਨਾ ਸਾਡੇ ਕੋਲੋਂ, ਫਿਰ ਵਿਛੋੜਾ ਨਹੀਂ ਸੀ ਪੈਣਾ। ਅਤੇ ਅਜੇ ਵੀ ਸਾਡੇ 'ਚ ਬੁਰਿਆਈ ਹੈ ਤਾਂ ਹੀ ਵਿੱਥ ਪਈ ਹੋਈ ਹੈ। ਜੇ ਬੁਰਿਆਈ ਨਾ ਹੁੰਦੀ, ਅਸੀਂ ਬਿਲਕੁਲ ਸਾਫ ਸੁਥਰੇ ਹੋ ਜਾਂਦੇ, ਅਤੇ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲੈਣਾ ਸੀ। ਇਸ ਕਰਕੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨੇ ਐਸਾ ਕਰ ਬੂਝੇ ਅਮੀਤ ਹਮਾਰਾ ਸੋਏ। ਕਿਛ ਰੂਪ ਨਹੀਂ, ਕਿਛ ਜਾਤ ਨਾਹੀਂ, ਕਿਛ ਢੰਗ ਨਾ ਮੇਰਾ। ਹੇ ਸੱਚੇ ਪਾਤਸ਼ਾਹ ਜੀ, ਮੇਰਾ ਕੋਈ ਸੋਹਣਾ ਰੂਪ ਨਹੀਂ। ਇਹ ਵੀ ਮਤ ਸਮਝਣਾ ਵੀ ਸੋਹਣੇ ਰੂਪ ਤੇ ਪ੍ਰਮਾਤਮਾ ਮੋਹਤ ਹੁੰਦਾ ਨਹੀਂ। ਹਜ਼ੂਰ ਕਹਿੰਦੇ ਰੂਪਵੰਤ ਹੋਏ ਨਾ ਹੀ ਮੋਹੇ। ਜੇ ਸੁੰਦਰ ਰੂਪ ਤੇ ਮੋਹਤ ਹੁੰਦਾ ਪਰਮੇਸ਼ਰ, ਤੇ ਤਿੱਤਰਾਂ ਮੋਰਾਂ ਤੇ ਕਿਤੇ ਸੋਹਣਾ ਰੂਪ ਹੈ। ਬੜੀਆਂ ਬੜੀਆਂ ਸੁੰਦਰ ਇਸਤਰੀਆਂ, ਬੜੇ ਬੜੇ ਸੁੰਦਰ ਮਰਦ ਧਰਤੀ ਤੇ ਹੋਏ ਨੇ। ਬੜੀ ਬੜੀ ਸੁੰਦਰਤਾ, ਤੇ ਸੁੰਦਰਤਾ ਤੇ ਬਣਾਈ ਉਸੇ ਦੀ ਹੈ ਵਾਹਿਗੁਰੂ। ਤੇ ਸੋਹਣਾ ਰੂਪ ਵੇਖ ਕੇ ਨਹੀਂ ਵਾਹਿਗੁਰੂ ਜੀ ਮੋਹਤ ਹੁੰਦੇ, ਨਹੀਂ। ਇਹ ਸਾਡੀ ਨਜ਼ਰ ਹੈ ਕਿ ਅਸੀਂ ਸੁੰਦਰਤਾ ਵੇਖ ਕੇ ਮੋਹਤ ਹੁੰਦੇ ਹਾਂ, ਬਲਕਿ ਸਾਨੂੰ ਚਾਹੀਦਾ ਸੁੰਦਰਤਾ ਵਿੱਚੋਂ ਕਾਦਰ ਦੇ ਝਲਕਾਰੇ ਪੈਣ, ਤੇ ਅਸੀਂ ਵਿਚਾਰੀਏ ਕਿ ਜਿਸ ਨੇ ਇਹ ਸੁੰਦਰਤਾ ਬਣਾਈ ਉਹ ਆਪ ਕਿੱਡਾ ਕੁ ਸੁੰਦਰ ਹੈ। ਸੋ ਰਹੋ ਵਿਚਾਰ,
ਸੋ ਇਉਂ ਸਮਝਣਾ ਕਿ ਮੇਰਾ ਅੰਦਰਲਾ ਰੂਪ ਸੋਹਣਾ ਨਹੀਂ ਹੈ, ਤਾਂ ਹੀ ਤਾਂ ਮੈਂ ਵਾਹਿਗੁਰੂ ਨੂੰ ਪਸੰਦ ਨਹੀਂ ਆਇਆ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕੋਈ ਉੱਚੀ ਜਾਤ ਵੀ ਸਾਡੀ ਨਹੀਂ ਹੈ। ਇੱਕ ਤਾਂ ਦੁਨਿਆਵੀ ਤੌਰ 'ਤੇ ਉੱਚੀਆਂ ਜਾਤਾਂ ਮੰਨੀਆਂ ਜਾਂਦੀਆਂ ਨੇ, ਇੱਥੇ ਕੇਵਲ ਇਹ ਨਾ ਸਮਝਣਾ ਪਈ ਜਾਤ ਉੱਚੀ ਨਹੀਂ, ਮਤਲਬ ਸਾਡਾ ਅਸਲਾ ਉੱਚੇ ਕਰਮਾਂ ਵਾਲੀ ਜਾਤ। ਉੱਚੇ ਕਰਮ ਵੀ ਸਾਡੇ ਨਹੀਂ ਹਨ। ਕਿਛ ਢੰਗ ਨਾ ਮੇਰਾ, ਸੱਚੇ ਪਾਤਸ਼ਾਹ ਕੋਈ ਢੰਗ ਜਿਉਣ ਦਾ ਢੰਗ, ਸੁਚੱਜ ਵੀ ਜਿਹਨੂੰ ਕਹਿੰਦੇ ਨੇ, ਕੋਈ ਚੱਜ ਆਚਾਰ ਵੀ ਮੇਰਾ ਨਹੀਂ ਹੈ ਸੱਚੇ ਪਾਤਸ਼ਾਹ ਜੀ। ਕਿਆ ਮੂੰਹ ਲੈ ਬੋਲ ਹੈ ਗੁਣ ਬਿਹੂਨ, ਕਿਹੜਾ ਮੂੰਹ ਲੈ ਕੇ ਤੇਰੇ ਅੱਗੇ ਕੁਝ ਬੋਲੀਏ, ਬੇਨਤੀਆਂ ਕਰੀਏ ਸੱਚੇ ਪਾਤਸ਼ਾਹ। ਅਸੀਂ ਗੁਣਾਂ ਤੋਂ ਸਖਣੇ ਹਾਂ, ਸਾਨੂੰ ਤਾਂ ਤੇਰੇ ਅੱਗੇ ਬੇਨਤੀਆਂ ਕਰਦਿਆਂ ਵੀ ਸ਼ਰਮ ਆਉਂਦੀ ਹੈ। ਕੀ ਮੂੰਹ ਲੈ ਕੇ ਕੁਝ ਬੋਲੀਏ। ਨਾਮ ਜਪਿਆ ਨਾ ਤੇਰਾ, ਤੇਰਾ ਨਾਮ ਹੀ ਨਹੀਂ ਜਪਿਆ ਜਦੋਂ ਦੇ ਪੈਦਾ ਹੋਏ ਆ ਸੱਚੇ ਪਾਤਸ਼ਾਹ। ਚਾਹੀਦਾ ਸੀ ਸਵਾਸ ਸਵਾਸ ਤੇਰਾ ਭਜਨ ਕਰਦੇ, ਪਰ ਤੇਰਾ ਨਾਮ ਸਾਥੋਂ ਜਪਿਆ ਨਹੀਂ ਗਿਆ। ਹਮ ਪਾਪੀ ਸੰਗ ਗੁਰ ਉਬਰੇ, ਪੁੰਨ ਸਤਿਗੁਰ ਕੇਰਾ। ਅਸੀਂ ਸੀ ਤਾਂ ਪਾਪੀ, ਪਰ ਜੇ ਕਿਤੇ ਸਾਡਾ ਬਚਾਅ ਹੋਇਆ ਤੇ ਸਤਿਗੁਰਾਂ ਦੀ ਸੰਗਤ ਕਰਕੇ ਅਸੀਂ ਬਚ ਕੇ ਅਗਾਂਹ ਪਾਪ ਕਰਨ ਤੋਂ। ਪੁੰਨ ਸਤਿਗੁਰ ਕੇਰਾ, ਜੋ ਕੁਝ ਵੀ ਸਾਡੇ ਕੋਲ ਹੈ ਇਹ ਸਤਿਗੁਰਾਂ ਦਾ ਸਾਡੇ 'ਤੇ ਕੀਤਾ ਪਵਿੱਤਰ ਕਰਮ ਹੈ। ਇਹ ਸਤਿਗੁਰਾਂ ਦੀ ਕੀਤੀ ਸਾਡੇ ਵਾਸਤੇ ਨੇਕੀ ਹੈ, ਭਾਵ ਉਹਨਾਂ ਬਖਸ਼ਿਸ਼ ਕਰਕੇ ਸਾਨੂੰ ਬਚਾ ਲਿਆ। ਉਹਨਾਂ ਦੀ ਸੰਗਤ 'ਚ ਉਹਨਾਂ ਨੇ ਆਪ ਹੀ ਖਿੱਚ ਕੇ ਮਿਲਾਇਆ, ਅਤੇ ਉਹਨਾਂ ਦੀ ਸੰਗਤ ਦੀ ਬਦੌਲਤ ਅਸੀਂ ਹੁਣ ਬਚੇ ਹੋਏ ਹਾਂ। ਸਭ ਜੀਓ ਪਿੰਡ ਮੁਖ ਨੱਕ ਦੀਆ, ਵਰਤਣ ਕੋ ਪਾਣੀ। ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਸਭ ਕੁਝ ਹੀ ਬਖਸ਼ਿਆ ਹੈ। ਆਪਣਾ ਅਸੀਂ ਆਪ ਨਹੀਂ ਕੁਝ ਬਣਾਇਆ। ਇਹ ਸਰੀਰ ਵੀ ਅਸੀਂ ਰਚਨਾ ਨਹੀਂ ਕੀਤੀ, ਵਿੱਚ ਜਿੰਦ ਅਸੀਂ ਨਹੀਂ ਪਾਈ, ਪ੍ਰਾਣ ਸਾਡੇ ਨਹੀਂ ਹਨ, ਸਭ ਕੁਝ ਤੁਹਾਡਾ ਬਖਸ਼ਿਆ ਹੈ। ਸਭ ਜੀਓ ਜੀਵਾਤਮਾ, ਜੀਓ ਮਨ, ਪਿੰਡ ਸਰੀਰ, ਅਤੇ ਇਹ ਜਿਹੜਾ ਮੂੰਹ ਬਣਾਇਆ ਸਾਡਾ ਮੁੱਖ, ਅਤੇ ਨੱਕ ਦਿੱਤਾ ਸਾਹ ਲੈਣ, ਨਾਸਾਂ ਦਿੱਤੀਆਂ ਹਨ। ਵਰਤਣ ਕੋ ਪਾਣੀ, ਅਤੇ ਸਰੀਰਕ ਤੌਰ 'ਤੇ ਜਿਸ ਚੀਜ਼ ਦੇ ਆਸਰੇ ਸਾਡੇ ਸਰੀਰ ਦੇ ਸਵਾਸ ਚੱਲਦੇ ਨੇ, ਪ੍ਰਾਣ ਚੱਲਦੇ ਹਨ, ਪਾਣੀ ਨਾ ਹੋਵੇ ਤਾਂ ਨਹੀਂ ਜਿਉਂਦੇ ਰਹਿ ਸਕਦੇ। ਅਤੇ ਪਾਣੀ ਤੋਂ ਧੁਨੀ ਦਾ ਅਰਥ ਕਰਨਾ ਅੱਗ ਹਵਾ ਆਦਿਕ, ਪਾਣੀ ਵੀ ਅਤੇ ਅੱਗ ਵੀ ਅਤੇ ਹਵਾ ਵੀ, ਸਾਰਾ ਕੁਛ। ਵਰਤਣ ਕੋ ਪਾਣੀ, ਵਰਤੋਂ ਵਿਹਾਰ ਲਈ, ਸਾਡੇ ਸਰੀਰਕ ਤੌਰ 'ਤੇ ਵਰਤਣ ਲਈ ਨਾ ਪਾਣੀ ਵੀ ਪੈਦਾ ਕਰਤਾ। ਆਹ ਵੇਖੋ ਹੁਣ ਆਕਸੀਜਨ ਮੁੱਲ ਖਰੀਦਣੀ ਹੋਵੇ ਤੇ ਕਿੰਨੇ ਪੈਸੇ ਲੱਗਦੇ ਨੇ, ਕਿੰਨੀ ਮਹਿੰਗੀ, ਅਤੇ ਸਾਨੂੰ ਉਸ ਤਰ੍ਹਾਂ ਬਖਸ਼ੀ ਹੈ ਵਾਹਿਗੁਰੂ ਨੇ। ਕਦੋਂ ਦੇ ਸਾਹ ਲੈ ਰਹੇ ਹਾਂ, ਜਿਸ ਆਕਸੀਜਨ ਦੇ ਆਸਰੇ ਸਵਾਸ ਚੱਲਦੇ ਨੇ। ਔਰ ਇਸੇ ਤਰ੍ਹਾਂ ਧਰਤੀ ਬਖਸ਼ੀ ਜਿਸ 'ਤੇ ਅਸੀਂ ਵਸਦੇ ਪਏ ਹਾਂ। ਅੱਗ ਭੈ ਵਿੱਚ ਅਗਨ ਕੱਢਿਆ ਵਿਗਾਰ, ਸਾਰਿਆਂ ਦੇ ਕੰਮ ਸਵਾਰ ਰਹੀ ਅਗਨੀ ਤੱਤ। ਇਹ ਸਭ ਕੁਝ ਵਾਹਿਗੁਰੂ ਤੁਸੀਂ ਬਖਸ਼ਿਆ ਆ। ਅੰਨ ਖਾਣਾ ਕੱਪੜ ਪਹਿਨਣ ਦੀਆ, ਖਾਣ ਵਾਸਤੇ ਅੰਨ ਤੁਸਾਂ ਬਖਸ਼ਿਆ। ਅਨਾਜ ਧਰਤੀ 'ਚੋਂ ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਵੰਨ ਸਵੰਨੀਆਂ ਤੁਸਾਂ ਪੈਦਾ ਕਰ ਦਿੱਤੀਆਂ। ਇਹ ਬੀਜ ਤੁਸਾਂ ਸਾਰੇ ਬਣਾਏ, ਸਭ ਪ੍ਰਬੰਧ ਤੁਸਾਂ ਕੀਤਾ ਹੋਇਆ ਵਾਹਿਗੁਰੂ ਜੀ। ਅੰਨ ਖਾਣਾ ਕੱਪੜ ਪਹਿਨਣ ਦੀਆ, ਪਹਿਨਣ ਵਾਸਤੇ ਤੁਸਾਂ ਕੱਪੜੇ ਵੀ ਸਾਨੂੰ ਬਖਸ਼ੇ ਹੋਏ ਨੇ, ਤਨ ਢੱਕਣ ਵਾਸਤੇ, ਗਰਮੀ ਸਰਦੀ ਤੋਂ ਬਚਾਅ ਕਰਨ। ਰਸ ਅੰਨ ਭੋਗਾਣੀ, ਅਤੇ ਅੰਨ ਹੋਰ ਬੜੇ ਰਸ ਪਾਏ ਭੋਜਨਾਂ ਦੇ ਵਿੱਚ ਭੋਗਣ ਵਾਸਤੇ ਤੁਸੀਂ ਰਸ ਭੁਗਤਾ ਰਹੇ, ਭੁਗਵਾ ਰਹੇ ਹੋ, ਸਾਨੂੰ ਭੁਗਾ ਰਹੇ, ਭੋਗਣ ਵਾਸਤੇ ਬਖਸ਼ੇ ਹੋਏ ਨੇ। ਅਸੀਂ ਤੁਹਾਡੇ ਬਖਸ਼ੇ ਰਸਾਂ ਨੂੰ ਭੋਗਦੇ ਹਾਂ। ਜਿਨ ਦੀਏ ਸੋ ਚਿਤ ਨਾ ਆਵੇ, ਜਿਸ ਆਪ ਜੀ ਨੇ ਇਹ ਦਿੱਤੇ ਹਨ ਉਹ ਆਪ ਜੀ ਸਰੂਪ ਮੇਰੇ ਚਿੱਤ ਵਿੱਚ ਚੇਤੇ ਨਹੀਂ ਆਉਂਦੇ ਸੱਚੇ ਪਾਤਸ਼ਾਹ। ਜਿਸ ਆਪ ਜੀ ਨੇ ਬਖਸ਼ੇ ਹਨ, ਤੁਹਾਡਾ ਨਾਮ, ਤੁਹਾਡੀ ਯਾਦ ਮੇਰੇ ਚਿੱਤ ਵਿੱਚ ਆਉਂਦੀ ਨਹੀਂ ਹੈ। ਪਸ਼ੂ ਹਉ ਕਰ ਜਾਣੀ, ਸੋ ਅਸੀਂ ਹਾਂ ਤਾਂ ਪਸ਼ੂ ਮੂਰਖ ਉਜੜ, ਪਰ ਹਉ ਕਰ ਜਾਣੀ। ਮੈਂ ਆਪਣੇ ਆਪ ਨੂੰ ਕੁਝ ਕਰਕੇ ਜਾਣਦਾ ਹਾਂ। ਮੈਂ ਜਾਣਦਾ ਹਾਂ ਕਿ ਮੈਂ ਆਪ ਹੀ ਸਾਰਾ ਕੁਝ ਬਣਾਇਆ। ਆਪਣੀ ਹਸਤੀ ਨੂੰ ਮੈਂ ਆਪ ਸਮਝਦਾ ਹਾਂ, ਹੰਕਾਰ ਕਰਕੇ। ਆਪਣੀ ਹਸਤੀ ਨੂੰ ਹੰਕਾਰ ਵਿੱਚ ਕਰਕੇ ਮੈਂ ਆਪਣੇ ਆਪ ਨੂੰ ਕੁਝ ਜਾਣਦਾ ਹਾਂ। ਤੈਨੂੰ ਨਹੀਂ ਜਾਣਦਾ, ਆਪਣੇ ਆਪ ਨੂੰ ਜਾਣੀ ਜਾਂਦਾ ਵੀ ਮੈਂ ਬੜਾ ਵੱਡਾ, ਮੈਂ ਬੜਾ ਕੁਝ ਪੈਦਾ ਕੀਤਾ, ਮੈਂ ਬੜਾ ਕੁਝ ਬਣਾਇਆ, ਮੈਂ ਬੜੀ ਕਮਾਈ ਕਰਕੇ ਧਨ ਜੋੜਿਆ। ਨਹੀਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜੇ ਧਨ ਵੀ ਕੋਲ ਹੈ ਤੇ ਫਿਰ ਤਨ ਮਨ ਜਿਸ ਦਾ, ਉਹ ਧਨ ਵੀ ਉਸੇ ਦਾ ਹੋਇਆ। ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰਜਾਮੀ। ਹੇ ਸੱਚੇ ਪਾਤਸ਼ਾਹ, ਸਭ ਕੁਝ ਤੁਹਾਡਾ ਕੀਤਾ ਕਰਾਇਆ ਹੀ ਵਰਤ ਰਿਹਾ ਹੈ। ਸਭ ਕੁਝ ਤੁਹਾਡਾ ਕੀਤਾ ਹੀ ਹੁੰਦਾ ਹੈ,
ਤੇ ਤੁਸੀਂ ਅੰਤਰਜਾਮੀ ਮਹਾਰਾਜ, ਅੰਦਰ ਦੀਆਂ ਜਾਣਨ ਵਾਲੇ। ਜਾਮੇ ਦੇ ਅੰਦਰ ਕੀ ਹੈ ਤੁਹਾਨੂੰ ਪਤਾ, ਅੰਤਰਜਾਮੀ ਅੰਦਰ ਨੂੰ ਜਾਣਨ ਵਾਲੇ। ਭਾਵਨਾ ਕੀ ਹੈ, ਖਿਆਲਾਤ ਕੀ ਨੇ, ਵਿਚਾਰ ਕੀ ਨੇ, ਫੁਰਨੇ ਕੀ ਹਨ, ਸਭ ਤੁਸੀਂ ਜਾਣਦੇ ਹੋ। ਤੁਹਾਥੋਂ ਤਾਂ ਕੁਝ ਲੁਕਾਇਆ ਹੀ ਨਹੀਂ ਜਾ ਸਕਦਾ। ਹਮ ਜੰਤ ਵਿਚਾਰੇ ਕਿਆ ਕਰਹਿ, ਅਸੀਂ ਤੁਛ ਵਿਚਾਰੇ ਜੀਵ। ਜੀਵ ਵੱਡੇ ਨੂੰ ਕਹਿੰਦੇ, ਜੰਤ ਛੋਟੇ। ਬਹੁਤ ਛੋਟੇ ਜੀਵ ਹਾਂ ਅਸੀਂ, ਵਿਚਾਰੇ ਹਾਂ ਤੁਛ ਬੱਪੜੇ। ਕੀ ਕਰੀਏ ਸੱਚੇ ਪਾਤਸ਼ਾਹ, ਸਭ ਖੇਲ ਤੁਮ ਸੁਆਮੀ। ਇਹ ਸਾਰਾ ਤੁਹਾਡਾ ਹੀ ਖੇਲ ਹੈ ਸੱਚੇ ਪਾਤਸ਼ਾਹ, ਰਚਿਆ ਹੋਇਆ। ਸਾਰਾ ਜਗਤ ਤਮਾਸ਼ਾ ਤੁਹਾਡਾ ਹੀ ਹੈ, ਸਾਡੇ ਕੀਤਿਆਂ ਕੁਛ ਨਹੀਂ ਹੁੰਦਾ। ਜਨ ਨਾਨਕ ਹਾਟ ਵਿਹਾਜਿਆ, ਹਰ ਗੁਲਮ ਗੁਲਾਮੀ। ਜਿਸ ਤਰ੍ਹਾਂ ਹੱਟੀ ਤੋਂ, ਕਿਸੇ ਬਾਜ਼ਾਰ ਤੋਂ ਕੋਈ ਗੁਲਾਮ ਖਰੀਦਿਆ ਹੁੰਦਾ, ਸੋ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਹੱਟੀਆਂ ਤੇ ਜਿਵੇਂ ਗੁਲਾਮ ਵਿਕਦੇ ਨੇ, ਤੇ ਵਿਕਰੀ ਕਰ, ਵੇਚਣ ਵਾਲਾ ਵੇਚਦਾ ਤੇ ਖਰੀਦਣ ਵਾਲਾ ਖਰੀਦ ਲਿਆਉਂਦਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਦਰ ਦੇ ਗੁਲਾਮ, ਹਰ ਗੁਲਮ ਗੁਲਾਮੀ। ਤੁਹਾਡੇ ਗੁਲਾਮਾਂ ਦੇ ਗੁਲਾਮ, ਦਾਸਾਂ ਦੇ ਦਾਸ, ਸੇਵਕਾਂ ਦੇ ਸੇਵਕ ਹਾਂ ਸੱਚੇ ਪਾਤਸ਼ਾਹ, ਹੱਟੀ ਤੇ ਵਿਕੇ ਹੋਏ। ਸੋ ਸੱਚੇ ਪਾਤਸ਼ਾਹ ਜੀਓ, ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਤੁਹਾਡੇ ਗੁਲਾਮਾਂ ਦੇ ਗੁਲਾਮ ਹਾਂ। ਅਸੀਂ ਤੇ ਵਿਕਾਰਾਂ ਦੀਆਂ ਹੱਟੀਆਂ ਤੇ ਵਿਕਦੇ ਫਿਰਦੇ ਸੀ। ਸੋ ਇਸ ਪ੍ਰਕਾਰ ਤੁਸਾਂ ਸਾਨੂੰ ਆਪਣੇ ਬਣਾ ਲਿਆ। ਅਸੀਂ ਜਿਹੜੀ ਤੁਹਾਡੀ ਰਚੀ ਹੋਈ ਮਾਇਆ ਨਾ, ਤੁਹਾਡੇ ਅਧੀਨ ਗੁਲਾਮ, ਉਹਦੇ ਗੁਲਾਮ ਹਾਂ। ਗੁਲਾਮ ਸੀਗੇ, ਤੁਸਾਂ ਆਪਣੇ ਬਣਾ ਲਿਆ, ਤੁਹਾਡੀ ਬਖਸ਼ਿਸ਼ ਹੈ। ਗੌੜੀ ਬੈਰਾਗਣ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਅਗਲਾ ਸ਼ਬਦ ਇਸੇ ਰਾਗ ਵਿੱਚ ਉਚਾਰਨ ਕਰਦੇ ਨੇ। ਜਿਉ ਜਨਨੀ ਸੁਤ ਜਣ ਪਾਲਤੀ, ਰਾਖੈ ਨਦਰ ਮਝਾਰ। ਜਿਵੇਂ ਜਨਨੀ, ਜਨਮ ਦੇਣ ਵਾਲੀ ਮਾਂ, ਸੁਤ ਜਣ, ਆਪਣੇ ਪੁੱਤ ਨੂੰ ਜਣ ਕੇ, ਜਨਮ ਦੇ ਕੇ ਤੇ ਫਿਰ ਪਾਲਦੀ ਵੀ ਹੈ, ਔਰ ਹਮੇਸ਼ਾ ਆਪਣੀ ਨਜ਼ਰ ਥੱਲੇ ਰੱਖਦੀ ਹੈ। ਮਝਾਰ ਵਿੱਚ ਥੱਲੇ ਸਮਝੋ ਵੀ ਨਜ਼ਰ ਦੇ ਵਿੱਚ ਰੱਖਦੀ ਹੈ, ਧਿਆਨ ਬੱਚੇ ਵਿੱਚ ਹੁੰਦਾ ਹੈ। ਅੰਤਰ ਬਾਹਰ ਮੁੱਖ ਦੇ ਗਰਾਸ, ਚਾਹੇ ਅੰਦਰ ਜਾਏ ਚਾਹੇ ਬਾਹਰ ਆਵੇ ਕੰਮ ਕਰਦੀ ਹੋਈ, ਤੇ ਬੱਚੇ ਦੇ ਮੁੱਖ ਵਿੱਚ ਗਰਾਹੀਆਂ ਦਿੰਦੀ ਹੈ। ਜਦੋਂ ਉਹਨੂੰ ਭੁੱਖ ਲੱਗਦੀ, ਮਾਂ ਨੂੰ ਪਤਾ ਲੱਗ ਜਾਂਦਾ, ਤੇ ਮੁੱਖ 'ਚ ਗਰਾਹੀਆਂ ਦੇ ਪਾਲਦੀ। ਖਿਨ ਖਿਨ ਪੋਚਾਰ, ਪੁਚਕਾਰ ਦੀ ਖਿਨ ਖਿਨ ਸਮੇਂ 'ਚ ਪਿਆਰ ਕਰਦੀ ਹੈ। ਪੋਚਾਰ ਦਾ ਮਤਲਬ ਪੁਚਕਾਰਨਾ, ਪ੍ਰੇਮ ਕਰਨਾ। ਸੋ ਬੜਾ ਪਿਆਰ ਕਰਦੀ ਹੈ, ਉਹਦੇ ਮੁੱਖ ਵਿੱਚ ਗਰਾਹੀਆਂ ਦਿੰਦੀ ਹੈ, ਭੋਜਨ ਖਵਾਉਂਦੀ ਹੈ। ਤੇ ਉਹ ਸਤਿਗੁਰ ਗੁਰਸਿੱਖ ਰਾਖਤਾ, ਹਰ ਪ੍ਰੀਤ ਪਿਆਰ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਗੁਰਸਿੱਖ ਦੀ ਰੱਖਿਆ ਕਰਦੇ ਨੇ, ਹਰੀ ਪ੍ਰਮਾਤਮਾ ਦੀ ਪ੍ਰੀਤ ਬਖਸ਼ ਕੇ, ਤੇ ਆਪ ਪਿਆਰ ਦੇ ਨਾਲ ਗੁਰਸਿੱਖ ਦੀ ਰੱਖਿਆ ਕਰਦੇ ਨੇ। ਮੇਰੇ ਰਾਮ ਹੰਬਾਰਕ, ਹਰ ਪ੍ਰਭ ਕੇ ਹੈ ਇਆਣੇ। ਹੇ ਮੇਰੇ ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਜੀ, ਹੇ ਹਰੀ ਦੁੱਖਾਂ ਦੇ ਹਾਰਕ, ਹੇ ਪ੍ਰਭੂ ਮਾਲਕ ਜੀ, ਅਸੀਂ ਆਪ ਜੀ ਦੇ ਬਹੁਤ ਇਆਣੇ ਬਸਮਝ ਬਾਰਕ ਬੱਚੇ ਹਾਂ। ਬਹੁਤ ਬੇਸਮਝ ਬੱਚੇ ਹਾਂ ਆਪ ਜੀ ਦੇ। ਨਾਨਕ ਬਾਰਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਏਦਾ, ਨਹੀਂ ਕਰਦਾ ਆਲਕ। ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ। ਸੋ ਇਸ ਪ੍ਰਕਾਰ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਅਸੀਂ ਤਾਂ ਸੀ ਇਆਣੇ ਬਸਮਝ ਬਿਲਕੁਲ, ਪਰ ਧੰਨ ਸਨ ਪਿੱਛੇ ਵੀ, ਧੰਨ ਹਨ ਹੁਣ ਵੀ ਗੁਰੂ ਸਾਹਿਬ। ਗੁਰ ਪੂਜਨੀਕ ਸੱਚੇ ਸਤਿਗੁਰੂ, ਗੁਰੂਆਂ ਦੇ ਗੁਰੂ, ਪੂਰਨ ਸਤਿਗੁਰੂ ਧੰਨ ਹਨ। ਉਹ ਪਾਦਾ, ਉਪਦੇਸ਼ ਦੇ ਦਾਇਕ, ਉਪਦੇਸ਼ ਦੇਣ ਵਾਲੇ। ਪਾਂਦਾ ਹੁੰਦਾ ਚਾਟੜਿਆਂ ਨੂੰ ਪੜ੍ਹਾਉਣਾ, ਉਪਦੇਸ਼ ਦੇਣ ਵਾਲਾ ਉਪਦੇਸ਼ਕ। ਧੰਨ ਹਨ, ਧੰਨ ਹਨ, ਧੰਨ ਪੂਰਨ ਸਤਿਗੁਰੂ, ਗੁਰੂਆਂ ਦੇ ਗੁਰੂ, ਉਪਦੇਸ਼ਕ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਜਿਨ੍ਹਾਂ ਨੇ ਸਾਨੂੰ ਹਰੀ ਪ੍ਰਮਾਤਮਾ ਦੇ ਨਾਮ ਦਾ ਉਪਦੇਸ਼ ਦੇ ਕੇ ਸਿਆਣੇ ਸਮਝਦਾਰ ਬਣਾਤਾ ਹੈ, ਉਹ ਸਤਿਗੁਰੂ ਨੂੰ ਵਡਿਆਈ ਜਾਂਦੀ। ਰਹਾਓ। ਜੈਸੀ ਗਗਨ ਫਿਰੰਤੀ ਊਡਤੀ, ਕੱਪਰੇ ਬਾਗੇ ਵਾਲੀ। ਹੋਰ ਦ੍ਰਿਸ਼ਟਾਂਤ ਦੇ ਰਹੇ ਨੇ ਸਤਿਗੁਰੂ ਤੇ ਸਿੱਖ ਦੀ ਪ੍ਰੀਤ ਕਿਹੋ ਜਿਹੀ ਆ। ਕਹਿੰਦੇ ਜਿਸ ਤਰ੍ਹਾਂ ਗਗਨ ਆਕਾਸ਼ ਦੇ ਵਿੱਚ ਉੱਡਦੀ ਫਿਰਦੀ ਹੈ, ਕੌਣ ਕੂੰਜ, ਕੱਪਰੇ ਬਾਗੇ ਵਾਲੀ। ਬਾਗੇ ਮੈਨੇ ਚਿੱਟੇ, ਕੱਪੜਿਆਂ ਤੋਂ ਮਤਲਬ ਹੈ ਖੰਭ,
ਚਿੱਟਿਆਂ ਖੰਭਾਂ ਵਾਲੀ ਜਿਵੇਂ ਕੂੰਜ ਗਗਨ ਆਕਾਸ਼ ਵਿੱਚ ਉੱਡਦੀ ਫਿਰਦੀ ਹੈ। ਉਹ ਰਾਖੈ ਚੀਤ ਪੀਛੈ ਵਿੱਚ ਬਚਰੇ। ਪਹਾੜਾਂ ਦੇ ਉੱਪਰ ਆਂਡੇ ਦਿੱਤੇ ਹੁੰਦੇ ਨੇ ਕੂੰਜਾਂ ਨੇ, ਅਤੇ ਸਰਦੀਆਂ 'ਚ ਬਰਫ਼ ਜੰਮ ਜਾਂਦੀ ਪੈ ਜਾਂਦੀ ਉੱਪਰ, ਅਤੇ ਇਹ ਕੂੰਜਾਂ ਆਪ ਬਹੁਤ ਦੂਰ ਦੁਰਾਡੇ ਦੇਸ਼ਾਂ ਨੂੰ ਚਲੀਆਂ ਜਾਂਦੀਆਂ ਗਰਮ ਖੁਸ਼ਕ ਇਲਾਕਿਆਂ 'ਚ। ਪਰ ਕੂੰਜ ਹਿਰਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਨੈ। ਭਾਈ ਗੁਰਦਾਸ ਨੇ ਕਿਹਾ, ਧੰਨ ਗੁਰੂ ਰਾਮਦਾਸ ਵੀ ਕਹਿੰਦੇ, ਊਡੇ ਊੜ ਆਵੈ ਸਹਿ ਕੋਸਾਂ ਤਿਸ ਪਾਸ਼ੈ ਬਚਰੇ ਸ਼ਰਿਆ। ਤਿਨ ਕਮਣ ਖੁਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਮਨ ਦੇ ਸਿਮਰਨ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਕੂੰਜ ਹਿਰਦੇ ਕਰਕੇ ਧਿਆਨ ਬੱਚਿਆਂ 'ਚ ਰੱਖਦੀ ਆਂਡਿਆਂ 'ਚ, ਅਤੇ ਉਸ ਦੇ ਧਿਆਨ ਦੀ ਸ਼ਕਤੀ ਨਾਲ ਹੀ ਆਂਡਿਆਂ 'ਚੋਂ ਬੱਚੇ ਨਿਕਲਦੇ ਨੇ ਅਤੇ ਉੱਡ ਕੇ ਆਪਣੇ ਮਾਂ ਪਿਓ ਨੂੰ ਮਿਲ ਪੈਂਦੇ ਨੇ। ਕੈਸੀ ਖਿੱਚ ਹੈ ਅੰਦਰਲੀ। ਸੋ ਇਸ ਪ੍ਰਕਾਰ ਹੀ ਇਹ ਸਿਮਰਨ ਦੀ ਸ਼ਕਤੀ ਹੈ। ਹਜ਼ੂਰ ਕਹਿੰਦੇ ਨੇ, ਜਿਵੇਂ ਉਹ ਬੱਗੇ ਕੱਪੜਿਆਂ ਵਾਲੀ ਬੱਗੇ ਖੰਭਾਂ ਵਾਲੀ ਕੂੰਜ ਗਗਨ ਆਕਾਸ਼ ਵਿੱਚ ਉੱਡਦੀ ਫਿਰਦੀ ਹੈ, ਉਹ ਰਾਖੈ ਚੀਤ ਪੀਛੈ ਵਿੱਚ ਬਚਰੇ। ਜੋ ਪਿੱਛੇ ਆਂਡੇ ਦਿੱਤੇ ਹੋਏ ਨੇ ਉਹਨਾਂ ਆਂਡਿਆਂ 'ਚ ਬੱਚੇ ਨੇ, ਅਤੇ ਵਿੱਚ ਬੱਚਿਆਂ ਦੇ ਬਚੜਿਆਂ ਦੇ ਵਿੱਚ ਆਪਣਾ ਚਿੱਤ ਰੱਖਦੀ ਹੈ। ਚਿੱਤ ਉਹਦਾ ਬੱਚਿਆਂ 'ਚ ਰਹਿੰਦਾ। ਨਿਤ ਹਿਰਦੈ ਸਾਰ ਸਮਾਧੀ, ਅਤੇ ਆਪਣਾ ਧਿਆਨ ਨਹੀਂ ਭੰਗ ਹੋਣ ਦਿੰਦੀ। ਨਿਤ ਹੀ ਹਿਰਦੇ ਦੇ ਅੰਦਰ ਸਾਰ ਸੰਭਾਲਦੀ। ਸਾਰ ਹੁੰਦਾ ਧਿਆਨ ਦੇ ਕੇ ਸੰਭਾਲੀ, ਯਾਦ ਰੱਖਦੀ ਹੈ ਬੜੇ ਸੁਰਤ ਨਾਲ। ਅਤੇ ਉਹ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖਿਆ ਜੀ ਨਾਲੀ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਿੱਖ ਨੂੰ ਹਰੀ ਪ੍ਰਮਾਤਮਾ ਦੇ ਹਰ ਹਰ ਨਾਮ ਦੀ ਪ੍ਰੀਤ ਬਖਸ਼ ਕੇ ਅਤੇ ਉਸ ਗੁਰਸਿੱਖ ਨੂੰ ਆਪਣੀ ਜਿੰਦ ਦੇ ਨਾਲ ਲਾ ਕੇ ਰੱਖਦੇ ਨੇ। ਭਾਵ ਤਨੋਂ ਮਨੋਂ ਸਤਿਗੁਰੂ ਜੀ ਸਿੱਖ ਨੂੰ ਆਪਣੇ ਨਾਲ ਜੋੜ ਕੇ ਰੱਖਦੇ, ਧਿਆਨ ਰੱਖਦੇ ਨੇ। ਮਤਲਬ ਖੁੱਲ੍ਹਾ ਨਹੀਂ ਛੱਡ ਦਿੰਦੇ ਵੀ ਜਿੱਧਰ ਮਰਜ਼ੀ ਜਾਏ ਸਾਨੂੰ ਕੀ। ਐਸੇ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ। ਜੋ ਸਤਿਗੁਰੂ ਦੇ ਨਾਲ ਸ਼ਰਧਾ ਰੱਖਦਾ ਹੈ ਉਸ ਦੇ ਤਾਂ ਹੀ ਸਤਿਗੁਰੂ ਵੀ ਧਿਆਨ ਦੇ ਕੇ ਉਹਦੀ ਰੱਖਿਆ ਕਰਦਾ। ਜੈਸੇ ਕਾਤੀ 30 32 ਹੈ। ਹਜ਼ੂਰ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਸਾਡੇ ਮੂੰਹ ਵਿੱਚ ਜਿਵੇਂ 30 32 ਦੰਦ ਹੁੰਦੇ ਨੇ ਜਿਹੜੇ, ਇਹ ਮਾਨੋ ਕਾਤੀ ਕੈਂਚੀ ਦੀ ਨਿਆਈ ਹਨ। ਕਾਤੀ ਹੁੰਦੀ ਹੈ ਕੈਂਚੀ ਕਤਰਨ ਵਾਲੀ। ਵਿੱਚ ਰਾਖੈ ਰਸਨਾ ਮਾਸ ਰਤ ਕੇਰੀ। ਮਾਸ ਅਤੇ ਰਤ ਖੂਨ ਦੀ ਬਣੀ ਹੋਈ ਜਿਹੜੀ ਰਸਨਾ ਸਾਡੀ ਜੀਭ ਹੈ, ਇਹਨਾਂ ਦੰਦਾਂ ਦੇ ਵਿੱਚ, ਦੰਦਾਂ ਰੂਪੀ ਕੈਂਚੀ ਦੇ ਵਿਚਕਾਰ ਪ੍ਰਮਾਤਮਾ ਉਹਦੀ ਰੱਖਿਆ ਕਰਦਾ। ਕੋਈ ਜਾਣੋ ਮਾਸ ਕਾਤੀ ਕਹਿ ਕੇ ਸ਼ਹਾਥ ਹੈ। ਜੇ ਕੋਈ ਸੰਸਾਰ ਦਾ ਜੀਵ ਇਹ ਜਾਣਦਾ ਹੈ ਭਈ ਜਿਹੜਾ ਇਹ ਮਾਸ ਹੈ ਜੀਭ, ਇਹ ਕਾਤੀ ਕਹਿ ਕੇ ਸ਼ਹਾਦ ਹੈ, ਅਤੇ ਇਸ ਰਸਨਾ ਰੂਪੀ ਮਾਸ ਨੂੰ ਬਚਾ ਕੇ ਰੱਖਣਾ ਜਾਂ ਕਤਰ ਦੇਣਾ, ਇਹ ਕਾਤੀ ਦੰਦਾਂ ਰੂਪੀ ਕੈਂਚੀ ਦੇ ਹੱਥ ਵਿੱਚ ਹੈ। ਨਹੀਂ ਤਾਂ ਮਾਰੇ ਕਹਿੰਦੇ, ਤੁਸੀਂ ਭਾਵੇਂ ਕੋਈ ਜਾਣੋ ਪਰ ਸਭ ਵਸਗਤ ਹੈ ਹਰ ਕੇਰੀ। ਸਭ ਕੁਝ ਹਰੀ ਪ੍ਰਮਾਤਮਾ ਦੇ ਵਸੀਕਾਰ ਹੈ। ਦੰਦ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੀਭ ਨੂੰ ਨਹੀਂ ਕੱਟਦੇ ਵੱਢਦੇ। ਰੱਬ ਨੇ ਬਚਾਈ ਹੋਈ ਤਾਂ ਹੀ ਜੀਭ ਬਚੀ ਹੋਈ ਹੈ। ਤਿਉ ਸੰਤ ਜਨਾਂ ਕੀ ਨਰ ਨਿੰਦਾ ਕਰਹਿ ਹਰ ਰਾਖੈ ਪੈਲ ਜਨ ਕੇਰੀ। ਇਸੇ ਤਰ੍ਹਾਂ ਸਾਧੂਆਂ ਸੰਤਾਂ ਦੀ ਨਰ ਪੁਰਸ਼ ਲੋਕ ਕਈ ਨਿੰਦਿਆ ਕਰਦੇ ਨੇ ਸੰਸਾਰ ਦੇ ਜੀਵ, ਪਰ ਹਰ ਰਾਖੈ ਪੈਜ ਜਨ ਕੇਰੀ। ਹਰੀ ਪ੍ਰਮਾਤਮਾ ਆਪਣੇ ਜਨਾਂ ਦੀ ਪੈਜ ਰੱਖਦਾ ਹੈ। ਵਾਹਿਗੁਰੂ ਨੇ ਐਸਾ ਪ੍ਰਤਾਪ ਉਹਨਾਂ ਦਾ ਪ੍ਰਗਟ ਕੀਤਾ। ਜਾਰਜ ਪੰਚਮ ਜਦੋਂ ਦਿੱਲੀ ਦਾ ਗਵਰਨਰ ਬਣਿਆ ਤਾਂ ਹੋਰ ਸਾਰੇ ਉਹਦੇ ਆਉਣ 'ਤੇ ਉੱਠ ਕੇ ਖਲੋ ਗਏ, ਪਰ ਸੰਤ ਅਤਰ ਸਿੰਘ ਜੀ ਬੈਠੇ ਰਹੇ ਸੀ। ਉਹਨੇ ਪੁੱਛਿਆ ਇਹ ਕੌਣ ਨੇ? ਕਿਹਾ ਕਿ ਇਹ ਸਿੱਖ ਧਰਮ ਦੇ ਪ੍ਰੀਸਟ ਨੇ। ਕਹਿਣ ਲੱਗਾ ਨਹੀਂ, ਇਹ ਤਾਂ ਮੈਨੂੰ ਯਸੂ ਮਸੀਹ ਦਾ ਰੂਪ ਦੱਸਿਆ ਨੇ, ਈਸਾ ਜੀ ਦੱਸਿਆ ਨੇ। ਅਤੇ ਉਹਨੇ ਆਪਣੀ ਟੋਪੀ ਲਾ ਕੇ ਨਮਸਕਾਰ ਕੀਤੀ, ਸਲੂਟ ਮਾਰਿਆ ਮਹਾਂਪੁਰਸ਼ਾਂ ਨੂੰ। ਫਿਰ ਕਿਹਾ ਸੀ ਕਿ ਜਿਹੜਾ ਮੇਰਾ ਗੱਦੀ ਨਸ਼ੀਨੀ ਦਾ ਸਮਾਂ ਗਵਰਨਰੀ ਮੈਂ ਲੈ ਕੇ ਬਹਿਣਾ ਤਖਤ 'ਤੇ, ਉਸ ਵੇਲੇ ਸਮਾਗਮ 'ਚ ਮਹਾਂਪੁਰਸ਼ ਆਉਣ। ਸੰਤਾਂ ਨੂੰ ਬੇਨਤੀ ਕੀਤੀ ਤੇ ਮਹਾਂਪੁਰਸ਼ ਕਹਿੰਦੇ ਵੀ ਚੌੜੇ ਪਿੰਡੇ ਵਾਲਾ ਹਾਥੀ ਲਿਆਇਆ ਜਾਏ ਕਿਰਾਏ 'ਤੇ, ਉਹਦੇ ਉੱਪਰ ਪਾਲਕੀ ਸੁਭਾਏਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕੀਤੇ ਜਾਣ, ਅਤੇ ਫਿਰ ਅਸੀਂ ਤਾਬਿਆ ਬਹਿ ਕੇ ਆਵਾਂਗੇ। ਔਰ ਪੰਥ ਸਾਰੇ ਨੇ ਇੰਝ ਕੀਤਾ ਸੀ। ਫਿਰ ਮਹਾਂਪੁਰਸ਼ ਤਾਬਿਆ ਬਹਿ ਕੇ ਗਏ, ਅਤੇ ਜਿਸ ਵੇਲੇ ਉਹਨੇ ਕਿਹਾ ਮਹਾਂਪੁਰਸ਼ਾਂ ਨੂੰ ਕੋਈ ਉਪਦੇਸ਼ ਦਿਓ, ਕੋਈ ਬਚਨ ਸੁਣਾਓ, ਤਾਂ ਕਿਹਾ ਸੀ ਕਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਸ ਚਾਰ ਕੇ ਝੂਠੇ ਕਰਤ ਦਵਾਜਾ। ਉਹਨੇ ਅੰਗਰੇਜ਼ੀ ਅਰਥ ਪੁੱਛੇ, ਸੱਜਣਾ ਅਰਥ ਦੱਸੇ।
ਤਾਂ ਮਹਾਂਪੁਰਸ਼ਾਂ ਦੇ ਚਰਨੀ ਡਿੱਗਾ ਕਹਿਣ ਲੱਗਾ, ਬਿਲਕੁਲ ਜੋ ਕਹਿੰਦੇ ਉਹ ਸੱਚ ਹੈ। ਦੁਨੀਆਦਾਰ ਰਾਜੇ ਮਹਾਰਾਜੇ ਝੂਠੇ ਦਿਵਾਜੇ ਕਰਦੇ ਨੇ, ਵਿਖਾਵੇ ਕਰਦੇ, ਡੰਬਰ ਰਚਦੇ ਨੇ, ਪਰ ਹਰੀ ਪਰਮਾਤਮਾ ਦੇ ਬਰਾਬਰ ਤੇ ਕੋਈ ਰਾਜਾ ਨਹੀਂ ਨਾ ਹੋ ਸਕਦਾ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਤਿਉ ਸੰਤ ਜਨਾਂ ਕੀ ਨਰ ਨਿੰਦਾ ਕਰੇ। ਮਨੁੱਖ ਨਿੰਦਾ ਕਰਦੇ ਨੇ ਸੰਤ ਜਨਾਂ ਦੀ, ਐਸੇ ਨਿੰਦਕ ਵੀ ਸੰਸਾਰ 'ਚ ਪੈਦਾ ਹੁੰਦੇ। ਹਾਂ, ਪਖੰਡੀਆਂ ਦੀ ਗੱਲ ਵੱਖਰੀ ਹੈ, ਪਖੰਡੀ ਕਹਿਣ ਸਾਡੀ ਨਿੰਦਾ ਕੋਈ ਕਿਉਂ ਕਰਦਾ, ਉਹ ਗੱਲ ਵੱਖਰੀ ਹੈ। ਸੰਤ ਜਨ ਨਿੰਦਿਆ ਨਾਲ ਵੀ ਨਾਰਾਜ਼ ਨਹੀਂ ਹੁੰਦੇ, ਉਹਦਾ ਖੁਸ਼ ਹੀ ਹੁੰਦੇ ਨੇ। ਪਰ ਪਰਮਾਤਮਾ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਰੱਬ ਦੇ ਪਿਆਰਿਆਂ ਦੀ ਕੋਈ ਨਿੰਦਾ ਕਰੇ। ਭਗਤ ਕੀ ਨਿੰਦਾ ਕੰਧ ਛਦਾਵੈ, ਭਗਤ ਕੀ ਨਿੰਦਾ ਨਰਕ ਪਹੁੰਚਾਵੈ। ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਨ ਨਰਕ ਹੀ ਪਰੈ। ਪਰਮਾਤਮਾ ਨਾਰਾਜ਼ ਹੁੰਦਾ। ਹਰ ਰਾਖੈ ਪੈਜ ਜਨ ਕੇਰੀ, ਆਪਣੇ ਜਨ ਦੀ ਪੈਜ ਪ੍ਰਤਿਸ਼ਠਾ, ਇੱਜ਼ਤ, ਅਬਰੋ, ਸਤਿਕਾਰ, ਇੱਜ਼ਤ ਵਡਿਆਈ ਪਰਮਾਤਮਾ ਰੱਖਦਾ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਰਾਮ ਰਾਜ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਹੁੰਚਾਇਆ। ਸੋ ਇਸ ਪ੍ਰਕਾਰ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਪ੍ਰਮਾਤਮਾ ਆਪਣੇ ਭਗਤਾਂ ਦੀ ਪੈਜ ਇੱਜ਼ਤ ਉੱਚੀ ਕਰਦਾ ਹੈ, ਬਣਾ ਕੇ ਰੱਖਦਾ। ਭਾਈ ਮਤ ਕੋਈ ਜਾਣੋ ਕਿਸੀ ਕਹਿ ਕੇ ਸ਼ਹਾਤ ਹੈ। ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਭਾਈ ਕਹਿ ਰਹੇ ਨੇ, ਸਭਨਾਂ 'ਚ ਪਰਮੇਸ਼ਰ ਦੀ ਅੰਸ਼ ਹੈ ਨਾ, ਅਤੇ ਸਭ ਨੂੰ ਭਾਈ ਕਹਿੰਦੇ ਨੇ, ਆਪਣਾ ਭਰਾ। ਹੇ ਭਾਈ ਮਤ ਕੋਈ, ਬਿਲਕੁਲ ਕੋਈ ਐਸਾ ਨਾ ਜਾਣੋ, ਮਤ ਕੋਈ ਐਸਾ ਜਾਣੋ ਕਿ ਕਿਸੇ ਕਹਿ ਕੇ ਸ਼ਹਾਤ ਹੈ, ਕਿਸੇ ਹੋਰ ਦੇ ਹੱਥ ਵਿੱਚ ਵੀ ਕੋਈ ਤਾਕਤ ਹੈ। ਸਭ ਕਰੇ ਕਰਾਇਆ, ਸਭ ਕੁਝ ਪਰਮਾਤਮਾ ਹੀ ਕਰਦਾ ਅਤੇ ਕਰਾਉਂਦਾ ਜੀਆਂ ਦੇ ਕੋਲੋਂ। ਕਰਦੇ ਜੀਵ ਦਿਸਦੇ ਨੇ ਪਰ ਕਰਾਉਣ ਵਾਲਾ ਪਿੱਛੇ ਵਾਹਿਗੁਰੂ ਹੈ। ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ। ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਜਰਾ ਬੁਢੇਪਾ, ਮਰਾ ਮੌਤ, ਅਤੇ ਤਾਪ ਜਿਹੜਾ ਚੜ੍ਹਦਾ ਤਾਪ ਬੁਖਾਰ, ਅਤੇ ਸਿਰਤ ਦੇ ਦੋ ਤਰ੍ਹਾਂ ਦੇ ਅਰਥ ਕੀਤੇ ਵਿਦਵਾਨਾਂ ਨੇ। ਸਿਰਤ ਜਿਹੜੀ ਸਿਲਤ, ਕੋਈ ਛੋਟੇ ਜਿਹੇ ਲੱਕੜ ਦਾ ਹਿੱਸਾ ਵੱਜੇ ਸਰੀਰ 'ਚ, ਉਹ ਵੀ ਕਹਿੰਦੇ ਹੁਕਮ ਤੋਂ ਬਗੈਰ ਨਹੀਂ ਵੱਜਦਾ। ਅਤੇ ਸਿਰਤ ਸਿਰ ਪੀੜਾ, ਸਿਰ ਨੂੰ ਜਿਹੜੀ ਪੀੜ ਹੁੰਦੀ ਹੈ। ਸਾਪ ਸੱਪ ਆਦਿਕ ਦਾ ਡੰਗ ਵੱਜਣਾ। ਸਭ ਹਰ ਕੈ ਵਸ ਹੈ। ਮਹਾਰਾਜ ਕਹਿੰਦੇ ਸਭ ਕੁਝ ਹੀ ਹਰੀ ਪਰਮਾਤਮਾ ਦੇ ਵਸ ਵਿੱਚ ਹੈ। ਇਹ ਚੀਜ਼ਾਂ ਤਾਂ ਮੌਜੂਦ ਨੇ ਪਰ ਪਰਮਾਤਮਾ ਦੇ ਵਸ ਵਿੱਚ। ਕੋਈ ਲਾਗ ਨਾ ਸਕਿਆ ਬਿਨ ਹਰ ਕਾ ਲਾਇਆ। ਹਰੀ ਪਰਮਾਤਮਾ ਦੇ ਲਾਉਣ ਤੋਂ ਬਗੈਰ ਕੋਈ ਵਸਤੂ, ਨਾ ਬੁਢੇਪਾ, ਨਾ ਮੌਤ, ਨਾ ਤਾਪ, ਨਾ ਸਿਰਤ, ਨਾ ਸਿਰ ਪੀੜਾ, ਨਾ ਸੱਪ, ਜੀਵ ਨੂੰ ਕੋਈ ਲੱਗ ਨਹੀਂ ਸਕਦਾ, ਕੋਈ ਦੁੱਖ ਨਹੀਂ ਦੇ ਸਕਦਾ। ਇਹ ਚੀਜ਼ ਕੋਈ ਚੰਬੜ ਨਹੀਂ ਸਕਦੀ। ਐਸਾ ਹਰ ਨਾਮ ਮਨ ਚਿੱਤ ਧਿਆਵੋ ਜਨ ਨਾਨਕ। ਐਸਾ ਹਰੀ ਦਾ ਨਾਮ ਮਨੋ ਤੇ ਤਨੋ, ਚਿੱਤ, ਮਨ ਚਿੱਤ ਹਿਰਦੇ ਕਰਕੇ, ਮਨ ਵਿੱਚ ਵੀ ਚਿੱਤ ਵਿੱਚ ਵੀ, ਨਿਤ ਧਿਆਵੋ ਜਨ ਨਾਨਕ। ਸਤਿਗੁਰੂ ਰਾਮਦਾਸ ਕਹਿੰਦੇ ਨੇ ਐ ਜਨੋ ਨਿਤ ਹੀ ਧਿਆਵੋ ਐਸੇ ਹਰੀ ਦੇ ਨਾਮ ਨੂੰ, ਜੋ ਅੰਤੀ ਅਵਸਰ ਲੈ ਛਡਾਇਆ। ਜਿਹੜਾ ਅੰਤੀ ਅਵਸਰ, ਅੰਤਲਾ ਸਮਾਂ ਹੈ, ਅੰਤ ਅਖੀਰ ਨੂੰ, ਜਦੋਂ ਸਾਰੇ ਹੀ ਸਾਥ ਛੱਡ ਜਾਣ ਅਤੇ ਜਦੋਂ ਕੋਈ ਨਾਲ ਨਾ ਨਿਭ ਸਕੇ, ਉਦੋਂ ਅੰਤ ਵੇਲੇ ਉਹ ਹਰੀ ਪਰਮਾਤਮਾ ਦਾ ਜਪਿਆ ਹੋਇਆ ਨਾਮ ਛਡਾ ਲੈਂਦਾ ਜੀਆਂ ਨੂੰ, ਜਮਾਂ ਦੇ ਵਸ ਨਹੀਂ ਪੈਣ ਦਿੰਦਾ। ਨਾਮ ਸੁਣਤ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜੀਉ ਵੇ ਪ੍ਰਵਾਹ ਹੈ। ਜੇ ਕੋਈ ਲੱਗਾ ਰਹੇ ਤਾਂ ਇੱਕ ਐਸਾ ਸਮਾਂ ਆਉਂਦਾ, ਉਦੋਂ ਅੰਤ ਨੂੰ ਮਹਾਰਾਜ ਵਿਕਾਰਾਂ ਤੋਂ ਛੁਡਾ ਲੈਂਦੇ, ਜਮਾਂ ਤੋਂ ਛੁਡਾ ਲੈਂਦੇ, ਜੰਮਣ ਮਰਨ ਤੋਂ ਛੁਡਾ ਲੈਂਦੇ। ਗੌੜੀ ਬੈਰਾਗਣ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਮਹਾਰਾਜ ਗੌੜੀ ਰਾਗਣੀ ਅਤੇ ਬੈਰਾਗਣ ਵੰਨਗੀ ਇਹਦੇ ਵਿੱਚ ਸ਼ਬਦ ਉਚਾਰਦੇ ਨੇ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਗੁਰੂ ਪਹਿਲਾਂ ਵੀ ਬੜੇ ਅਖਵਾਉਣ ਵਾਲੇ ਹੋਏ ਅਤੇ ਅੱਜ ਵੀ ਅਤੇ ਆਉਣ ਵਾਲੇ ਸਮੇਂ 'ਚ ਵੀ ਹੋ ਸਕਦੇ ਨੇ। ਬੜਿਆਂ ਨੂੰ ਲੋਕਾਂ ਨੇ ਗੁਰੂ ਧਾਰਨ ਕੀਤਾ, ਪਰ ਸਾਰੇ ਗੁਰੂ ਨਹੀਂ ਹੁੰਦੇ। ਅਖਵਾਉਣਾ ਹੋਰ ਗੱਲ ਹੈ, ਜਾਂ ਕੋਈ ਘੱਟ ਦਰਜੇ ਦਾ ਗੁਰੂ ਹੁੰਦਾ, ਕੋਈ ਥੋੜ੍ਹਾ ਜਿਹਾ ਉਦੋਂ ਉੱਪਰ, ਕੋਈ ਹੋਰ, ਕੋਈ ਇੱਕ ਦੋ ਨੂੰ ਤਾਰ ਸਕਦਾ, ਕੋਈ 10-20 ਨੂੰ ਤਾਰ ਸਕਦਾ। ਪਰ ਸਤਿਗੁਰੂ ਮਹਾਰਾਜ ਜਹਾਜ਼ ਦੀ ਨਿਆਈ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਜਹਾਜ਼ ਦੀ ਨਿਆਈ ਹੈ। ਜਿਹੜਾ ਵੀ ਸ਼ਰਨ 'ਚ ਆ ਗਿਆ ਉਹ ਤਰ ਜਾਏਗਾ। ਜਿਵੇਂ ਤੁਲਹੇ 'ਤੇ ਇੱਕ ਅੱਧਾ ਬੰਦਾ ਪਾਰ ਲੰਘਦਾ ਹੈ, ਤੱਲਾ ਬੰਨ੍ਹ ਕੇ ਹੋਰ ਜ਼ਿਆਦਾ, ਫਿਰ ਬੇੜੀ 'ਤੇ ਕੁਝ ਜ਼ਿਆਦਾ, ਅਤੇ ਫਿਰ ਜਿਹੜਾ ਛਿਪ ਹੁੰਦਾ ਵੱਡਾ ਬੋਹਿਤ ਜਹਾਜ਼, ਉਹਦੇ ਨਾਲ ਸਾਰੇ ਜਿਹਦਾ ਹੱਥ ਪੈ ਜੇ ਬੰਨੇ ਲੱਗ ਜਾਂਦਾ, ਕੁਝ ਤਾਕਤ ਜ਼ਿਆਦਾ ਹੈ।
ਸੋ ਇਸ ਪ੍ਰਕਾਰ ਜਿਵੇਂ ਕਬੀਰ ਜੀ ਨੂੰ ਕਹਿੰਦੇ ਸੀ ਬ੍ਰਾਹਮਣ ਵੀ ਸਾਨੂੰ ਗੁਰੂ ਧਾਰਨ ਕਰ, ਕਬੀਰ ਜੀ ਕਹਿੰਦੇ ਨੋ ਨਹੀਂ, ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾ ਹੈ ਅਰਜ ਉਰਜ ਕੈ ਪਚਮੁਆ ਚਾਰੋਂ ਵੇਦੋਂ ਵਾਹੇ। ਕਬੀਰ ਮਾਏ ਮੂੰਡਾ ਤਿਹ ਗੁਰੂ ਕੀ, ਤਿਸ ਗੁਰੂ ਦੀ ਮਾਂ ਦਾ ਮੈਂ ਸਿਰ ਮੁੰਨ ਦਿਆਂ। ਜਾਂ ਤੇ ਭਰਮ ਨਾ ਜਾਏ, ਜਿਸ ਦੇ ਚਰਨੀ ਲੱਗੀਏ ਗੁਰੂ ਬਣਾ ਲਈਏ ਤੇ ਫਿਰ ਵੀ ਭਰਮ ਨਾ ਦੂਰ ਹੋਏ। ਹਾਂ ਆਪਣੀ ਸ਼ਰਧਾ ਚਾਹੀਦੀ ਹੈ, ਪਰ ਜੇ ਸ਼ਰਧਾ ਵੀ ਮੁਕੰਮਲ ਹੋਵੇ ਤੇ ਫਿਰ ਵੀ ਭਰਮ ਨਾ ਦੂਰ ਹੈ, ਭਟਕਣਾ ਨਾ ਮੁੱਕੇ, ਫਿਰ ਉਹ ਗੁਰੂ ਨਹੀਂ, ਉਹਦੀ ਤੇ ਮਾਂ ਦਾ ਸਿਰ ਮੁੰਦਣਾ ਚਾਹੀਦਾ। ਕਬੀਰ ਜੀ ਕਹਿੰਦੇ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੌਂ ਵੇਦ ਮੈਂ ਚੇਲੇ ਦੀਏ ਵਹਾਏ। ਆਪ ਚੌਹਾਂ ਵੇਦਾਂ 'ਚ ਡੁੱਬ ਗਏ ਤੇ ਚੇਲੇ ਵੀ ਰੋੜ ਦਿੱਤੇ। ਭਾਈ ਨੰਦ ਲਾਲ ਜਿਵੇਂ ਉਹਨਾਂ ਦਾ ਪਿਤਾ ਜੀ ਜਿਹੜੇ ਸੀ ਛੱਜੂ ਰਾਮ, ਇੱਕ ਬੈਰਾਗੀ ਮਹਾਤਮਾ ਦਾ ਚੇਲਾ ਬਣਾਉਣਾ ਚਾਹੁੰਦੇ ਸੀ ਭਾਈ ਨੰਦ ਲਾਲ ਨੂੰ। ਭਾਈ ਸਾਹਿਬ ਨੇ ਕਿਹਾ ਅਜੇ ਮੇਰੀ ਤਸੱਲੀ ਨਹੀਂ, ਮੇਰੀ ਤਸੱਲੀ ਦਾ ਗੁਰੂ ਜਿਸ ਤੋਂ ਮੇਰੇ ਸ਼ੰਕੇ ਨਿਵਰਤ ਹੋ ਜਾਣਗੇ, ਮੈਂ ਜਿਹਨੂੰ ਪੂਰਾ ਸਮਝ ਲਵਾਂਗਾ ਉਹਨੂੰ ਗੁਰੂ ਧਾਰਨ ਕਰਾਂਗਾ। ਨਹੀਂ ਸੀ ਧਾਰਨ ਕੀਤਾ ਤੇ ਫਿਰ ਜਦੋਂ ਆਗਰੇ ਤੋਂ ਚੱਲ ਕੇ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਪਹੁੰਚੇ ਨੇ, ਗੁਰੂ ਘਰ ਦੀ ਮਹਿਮਾ ਸੁਣੀ ਹੋਈ ਸੀ, ਪਰ ਇਹਦੇ ਬਾਵਜੂਦ ਵੀ ਵਿਦਵਾਨ ਦਿਮਾਗ ਹੋਣ ਕਰਕੇ ਮਨ 'ਚ ਤਹੱਈਆ ਕਰ ਲਿਆ, ਪ੍ਰਤੱਗਿਆ ਕਰ ਲਈ ਵੀ ਜੇ ਗੁਰੂ ਗੋਬਿੰਦ ਸਿੰਘ ਠੀਕ ਐਸੀ ਮਹਿਮਾ ਵਾਲੇ ਨੇ ਜੋ ਲੋਕ ਦੱਸਦੇ ਨੇ, ਤਾਂ ਆਪ ਮੈਨੂੰ ਆਪਣੀ ਹਜ਼ੂਰੀ 'ਚ ਮੇਰਾ ਨਾਮ ਲੈ ਕੇ ਸੱਦਣ, ਫਿਰ ਮੰਨਾਂਗਾ ਵੀ ਗੁਰੂ ਪੂਰਾ ਹੈ। ਜਿਵੇਂ ਭਾਈ ਭਗੀਰਥ ਤੋਂ ਮਹਿਮਾ ਸੁਣੀ ਸੀ ਮਨਸੁਖ ਸ਼ਾਹ ਨੇ ਤੇ ਲਾਹੌਰ ਤੋਂ ਨਾਲ ਹੀ ਚੱਲ ਕੇ ਆ ਗਿਆ ਤੇ ਭਾਈ ਭਗੀਰਥ ਨੂੰ ਕਿਹਾ ਸੀ ਵੀ ਜੇ ਗੁਰੂ ਸਾਹਿਬ ਨੇ ਆਪਣੇ ਆਪ ਮੇਰਾ ਨਾਂ ਲੈ ਲਿਆ ਫਿਰ ਮੈਂ ਚਰਨੀ ਲੱਗਾਂਗਾ। ਤਾਂ ਜਦੋਂ ਹਜ਼ੂਰ ਦੇ ਪਾਸ ਆਏ ਤਾਂ ਕਹਿਣ ਲੱਗੇ ਆਓ ਭਾਈ ਭਗੀਰਥ ਪਰਉਪਕਾਰੀ ਜੀ, ਨਾਲ ਮਨਸੁਖ ਨੂੰ ਵੀ ਲੈ ਆਇਓ। ਤਾਂ ਫਿਰ ਚਰਨੀ ਲੱਗ ਪਏ ਭਾਈ ਮਨਸੁਖ। ਤਾਂ ਹਜ਼ੂਰ ਨੇ ਕਿਹਾ ਸੀ ਕਿ ਮਨ ਦੇ ਅੰਦਰ ਸੁਖ ਵੀ ਹੈ ਕਿ ਉਂਝ ਹੀ ਮਾਤਾ ਪਿਤਾ ਨੇ ਮਨਸੁਖ ਨਾਮ ਰੱਖਿਆ ਹੋਇਆ ਤੇ ਮਨਸੁਖ ਕਹਾਉਣਾ ਆਪਣੇ ਆਪ ਨੂੰ। ਕਹਿਣ ਲੱਗਾ ਜੀ ਸੱਚ ਹੈ, ਮਨ ਨੂੰ ਸੁਖ ਕੋਈ ਨਹੀਂ, ਕਿਸੇ ਦੇ ਵੀ ਮਨ ਨੂੰ ਸੁਖ ਹੈ ਨਹੀਂ ਬਿਨਾਂ ਭਗਤੀ ਤੋਂ। ਤਾਂ ਫਿਰ ਉਹ ਸੱਚ ਬੋਲਿਆ। ਤਾਂ ਫਿਰ ਹਜ਼ੂਰ ਨੇ ਭਾਈ ਭਗੀਰਥ ਨੂੰ ਕਿਹਾ ਸੀ ਅਬ ਲਗ ਥੋ ਇਹ ਮਨ ਸੁਖ ਕਾਚੋ, ਕਰਿਓ ਚਹਿਤ ਹੈ ਅਬ ਇਹ ਸਾਚੋ। ਹੁਣ ਇਹਨੂੰ ਅਸੀਂ ਸੱਚਾ ਮਨ ਸੁਖ ਬਣਾਉਣਾ ਚਾਹੁੰਦੇ ਤੇ ਬਣਾ ਦਿਆਂਗੇ। ਤਾਂ ਸਤਿਗੁਰਾਂ ਨੇ ਮਨ ਦਾ ਸੁਖ ਬਖਸ਼ ਕੇ ਸੱਚੀ ਮੁੱਚੀ ਦਾ ਮਨ ਸੁਖ ਬਣਾ ਦਿੱਤਾ। ਉਹ ਫਿਰ ਵਪਾਰ ਕਰਨ ਲਈ ਸੰਗਲਾ ਦੀਪ ਗਿਆ ਸੀ ਤੇ ਉੱਥੋਂ ਦਾ ਰਾਜਾ ਸ਼ਿਵਨਾਭ ਇਹਨਾਂ ਦੀ ਰਾਹੀਂ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰੇਮੀ ਬਣਿਆ ਸੀ। 9 ਮਹੀਨੇ ਸਤਿਗੁਰਾਂ ਨੂੰ ਯਾਦ ਕੀਤਾ। ਫਿਰ ਹਜ਼ੂਰ ਗਏ ਸਨ, ਮਨਸੁਖ ਸ਼ਾਹ ਕਰਕੇ ਸ਼ਿਵਨਾਭ ਰਾਜਾ ਪ੍ਰੇਮੀ ਬਣਿਆ, ਉਹਦੇ ਪਿੱਛੇ ਨਗਰੀ ਤਰ ਗਈ। ਸੋ ਇਸ ਪ੍ਰਕਾਰ ਗੁਰੂ ਕਹਾਉਣ ਵਾਲੇ ਬੜੇ, ਪਰ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖਿਓ ਵਿਚਾਰ। ਜਿਸ ਮਿਲਿਆ ਮਨ ਹੋ, ਜਿਸ ਸਤਿਗੁਰੂ ਨੂੰ ਮਿਲ ਕੇ ਮਨ 'ਚ ਆਨੰਦ ਪ੍ਰਾਪਤ ਹੋ ਜਾਏ, ਡਾਵਾਂ ਡੋਲ ਅਵਸਥਾ ਨਾ ਰਹੇ, ਸੋ ਸਤਿਗੁਰ ਕਹੀ ਹੈ। ਇੱਕ ਰਸ ਅਵਸਥਾ, ਆਨੰਦ ਦਾ ਅਰਥ ਹੈ ਇੱਕ ਰਸ ਅਵਸਥਾ, ਸੋ ਸਤਿਗੁਰ ਕਹੀ ਹੈ। ਉਸ ਨੂੰ ਸੱਚਾ ਗੁਰੂ ਕਹੀਦਾ ਹੈ ਜਿਸ ਦੇ ਮਿਲਾਪ ਦੁਆਰਾ ਮਨ 'ਚ ਆਨੰਦ ਪੈਦਾ ਹੋਏ। ਮਨ ਕੀ ਦੁਬਿਧਾ ਬਿਨਸ ਜਾਏ, ਮਨ ਦੀ ਦੁਚਿੱਤੇ ਪੁਣੇ ਵਾਲੀ ਅਵਸਥਾ, ਮਨ ਦੀ ਡਾਵਾਂ ਡੋਲ ਹਾਲਤ ਬਿਨਸ ਜਾਏ, ਹਰ ਪਰਮ ਪਦ ਲਹੀ ਹੈ। ਤੇ ਹਰੀ ਪਰਮਾਤਮਾ ਦੀ ਪ੍ਰਾਪਤੀ ਰੂਪ ਪਰਮ ਪਦਵੀ, ਪਰਮ ਪਦ ਉੱਚਾ ਦਰਜਾ, ਪਰਮ ਉਤਕ੍ਰਿਸ਼ਟ ਦਰਜਾ ਲਹੀ ਹੈ, ਪ੍ਰਾਪਤ ਕਰ ਲਈਦਾ ਹੈ। ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ, ਉਤਕੰਠਾ ਹੈ। ਤੀਬਰਤਾ ਬਿਆਨ ਕਰ ਰਹੇ ਨੇ ਕਿ ਮੇਰੇ ਪੂਰੇ ਸਤਿਗੁਰੂ ਜੀ ਕਿਸ ਵਿਧੀ ਦੇ ਨਾਲ ਮਿਲਦੇ ਹਨ। ਹਉ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲੈ, ਮੇਰਾ ਪੂਰਾ ਗੁਰੂ ਕਿਵੇਂ ਮਿਲਦਾ ਹੈ। ਤੇ ਮੇਰਾ ਮਨ ਕਰਦਾ ਹੈ ਕਿ ਐਸੇ ਸਤਿਗੁਰੂ ਦਾ ਮਿਲਾਪ ਹੋਏ ਤੇ ਖਿਨ ਖਿਨ ਕਾਲ ਵਿੱਚ, ਛਿਨ ਛਿਨ ਸਮੇਂ, ਪਲ ਪਲ, ਨਿਮਖ ਨਿਮਖ ਸਮੇਂ ਵਿੱਚ ਮੈਂ ਐਸੇ ਸਤਿਗੁਰੂ ਦੇ ਚਰਨਾਂ ਤੇ ਬਾਰ-ਬਾਰ ਨਮਸਕਾਰਾਂ ਕਰੀ ਜਾਵਾਂ। ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ। ਸੋ ਹਜ਼ੂਰ ਕਹਿੰਦੇ ਨੇ ਮੇਰਾ ਸਤਿਗੁਰੂ ਕਿਸ ਵਿਧੀ ਨਾਲ ਮਿਲੇ ਹੈ, ਕਿਵੇਂ ਮਿਲੇ ਭਾਈ ਕੋਈ ਦੱਸੋ। ਰਹਾਓ ਕਰ ਕਿਰਪਾ ਹਰ ਮੇਲਿਆ, ਮੇਰਾ ਸਤਿਗੁਰ ਪੂਰਾ। ਜਦੋਂ ਇਹੋ ਜਿਹੀ ਹਾਲਤ ਹੋਈ ਤਾਂ ਕਹਿੰਦੇ ਹਰੀ ਪਰਮਾਤਮਾ ਨੇ ਮੇਰਾ ਪੂਰਾ ਸਤਿਗੁਰੂ ਕਿਰਪਾ ਕਰਕੇ ਮਿਲਾ ਦਿੱਤਾ। ਇਸ਼ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਰਾ। ਫਿਰ ਸਤਿਗੁਰੂ ਦੀ ਚਰਨ ਧੂੜੀ ਪ੍ਰਾਪਤ ਕਰਕੇ ਮੈਂ ਜਨ ਸੇਵਕ ਦੀਆਂ ਸਭ ਇੱਛਾ ਪੁੱਜ ਗਈਆਂ, ਪੂਰੀਆਂ ਹੋ ਗਈਆਂ।
ਕੋਈ ਇੱਛਾ ਅਧੂਰੀ ਨਹੀਂ ਰਹੀ। ਇਹ ਤੀਬਰ ਇੱਛਾ ਸੀ ਮਿਲਾਪ ਦੀ। ਸਤਿਗੁਰੂ ਦੇ ਚਰਨ ਧੂੜ ਪ੍ਰਾਪਤ ਕਰਦਿਆਂ ਇੱਛਾ ਪੂਰੀ ਹੋ ਗਈ। ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ। ਜਿਹੜਾ ਸਤਿਗੁਰੂ ਹਰੀ ਦੀ ਭਗਤੀ ਹੀ ਹਿਰਦੇ 'ਚ ਦ੍ਰਿੜ ਕਰਾਉਂਦਾ ਹੋਵੇ ਤੇ ਜਿਹੜਾ ਹਰੀ ਪਰਮਾਤਮਾ ਦੀ ਭਗਤੀ ਨੂੰ ਸੁਣਦਾ ਹੈ, ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ। ਜਿਸ ਦੇ ਪਾਸੋਂ ਹਰੀ ਪਰਮਾਤਮਾ ਦੀ ਭਗਤੀ ਸੁਣਨ ਨੂੰ ਮਿਲਦੀ ਹੈ, ਐਸੇ ਸਤਿਗੁਰੂ ਨਾਲ ਮਿਲਾਪ ਕਰਨਾ ਚਾਹੀਦਾ ਹੈ। ਤੋਟਾ ਮੂਲ ਨਾ ਆਵੇ ਹਰ ਲਾਭ ਨਿਤ ਦ੍ਰਿੜੀਐ। ਐਸਾ ਲਾਭ ਐਸੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਮਨ 'ਚ ਦ੍ਰਿੜ ਕਰ ਲਈਏ ਕਿ ਜਿਸ ਲਾਭ ਦਾ ਕਦੇ ਫਿਰ ਤੋਟਾ ਮੂਲ ਨਾ ਆਵੇ, ਮੂਲ ਉੱਕਾ ਕਦਾਚਿਤ ਕਦੇ ਵੀ ਤੋਟ ਨਾ ਆਵੇ। ਇਹ ਐਸਾ ਲਾਭ ਦਿਨੇ ਰਾਤ ਵੱਧਦਾ ਜਾਏ, ਲਾਭ ਹੀ ਲਾਭ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ 'ਚੋਂ ਮਿਲੇ। ਜਿਸ ਕੋ ਹਿਰਦਾ ਵਿਗਾਸ ਹੈ ਭਾਵ ਦੂਜਾ ਨਾਹੀਂ। ਜਿਸ ਸਤਿਗੁਰੂ ਦੇ ਹਿਰਦੇ 'ਚ ਸਦਾ ਖਿੜਾਵਟ ਹੀ ਖਿੜਾਵਟ ਹੈ, ਜਿਨ੍ਹਾਂ ਦਾ ਹਿਰਦਾ ਸਦਾ ਖਿੜਿਆ ਹੋਇਆ ਕਮਲ ਫੁੱਲ ਦੀ ਨੇ, ਅਤੇ ਜਿਨ੍ਹਾਂ ਸਤਿਗੁਰਾਂ ਨੂੰ ਸੰਸਾਰ ਦਾ ਕੋਈ ਮੋਹ ਹੀ ਨਹੀਂ ਹੈ। ਜਿਵੇਂ ਸ਼ਿਵ ਨਾਭ ਰਾਜੇ ਬਾਰੇ ਪਤਾ ਲੱਗ ਗਿਆ ਲੋਕਾਂ ਨੂੰ, ਹੋਰਨਾਂ ਨੂੰ, ਬਨੌਟੀ ਸਾਧੂਆਂ ਨੂੰ ਵੀ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ, ਉਹ ਨਾਨਕ ਨਾਮ ਰਖਾਉਣ ਲੱਗ ਪਏ। ਹੈ ਸਨ ਇੱਛਕ ਕੇ ਰਾਜਾ ਹੈ ਅਤੇ ਧਨ ਦੌਲਤਾਂ ਭੇਟਾਵਾਂ ਬੜੀਆਂ ਦਿੰਦਾ। ਅਤੇ ਜਦੋਂ ਫਿਰ ਰਾਜੇ ਨੂੰ ਪਤਾ ਲੱਗਾ ਵੀ ਇਹਦੇ ਬਨੌਟੀ ਆਈ ਜਾਂਦੇ ਨੇ, ਫਿਰ ਉਹਨੇ ਪਰਖ ਕਰਨ ਵਾਸਤੇ ਨੌਜਵਾਨ ਬੀਬੀਆਂ ਛੱਡ ਦਿੱਤੀਆਂ ਬਾਗ ਵਿੱਚ ਕਿ ਪਹਿਲਾਂ ਇੱਥੇ ਆਵੇ ਜਿਹੜੇ ਨੇ ਆਉਣਾ, ਉਹਦੀ ਪਰਖ ਕਰੋ, ਜਿਹੜਾ ਪੂਰਾ ਉਤਰੇ ਪਰਖ ਵਿੱਚ ਉਹਦੇ ਨਾਲ ਮੇਲਾ ਮਿਲਾਪ ਕਰਾਓ। ਬਨੌਟੀਆਂ ਨੂੰ ਨਹੀਂ ਮੈਂ ਮਿਲਣਾ ਚਾਹੁੰਦਾ। ਫਰੀਦ ਜੀ ਨੇ ਕਿਹਾ, ਫਰੀਦਾ ਮੈਂ ਜਾਣਿਆ ਵੱਡ ਹੰਸੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬੱਗ ਵੱਪੜਾ ਜਨਮ ਨਾ ਭੇੜੀ ਅੰਗ। ਹੰਸ ਦੇ ਖੰਭਾਂ ਵਰਗੇ ਖੰਭ ਬਗਲਿਆਂ ਦੇ ਵੀ ਹੁੰਦੇ ਨੇ। ਇਸ ਕਰਕੇ ਹਜ਼ੂਰ ਇੱਥੇ ਕਹਿ ਰਹੇ ਨੇ ਕਿ ਜਿਨ੍ਹਾਂ ਸਤਿਗੁਰਾਂ ਦੇ ਹਿਰਦੇ 'ਚ ਸਦਾ ਵਿਗਾਸ ਹੀ ਵਿਗਾਸ, ਸੰਸਾਰ ਦਾ ਮੋਹ ਹੈ ਹੀ ਨਹੀਂ। ਨਾਨਕ ਤਿਸ ਗੁਰ ਮਿਲ ਉਧਰੈ। ਸਤਿਗੁਰੂ ਰਾਮਦਾਸ ਕਹਿੰਦੇ ਨੇ ਕਿ ਉਸ ਗੁਰੂ ਨੂੰ ਮਿਲ ਕੇ ਹੀ ਜੀਵ ਉਧਰਦਾ, ਸੰਸਾਰ ਤੋਂ ਤਰਦਾ ਹੈ। ਹਰ ਗੁਣ ਗਾਵਾਹੀ, ਹਰੀ ਦੇ ਗੁਣ ਹੀ ਗਵਾਉਂਦੇ ਹਨ ਸਤਿਗੁਰੂ ਮਹਾਰਾਜ। ਜਿਹੜਾ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਂਦਾ, ਸਤਿਗੁਰੂ ਨੂੰ ਮਿਲ ਪੈਂਦਾ, ਉਹ ਹਰੀ ਦੇ ਗੁਣ ਗਾਉਂਦਾ ਦਿਨੇ ਰਾਤ, ਅਤੇ ਉਹੀ ਉਧਰਦਾ ਭਾਵ ਤਰਦਾ ਹੈ, ਸੰਸਾਰ ਤੋਂ ਪਾਰ ਹੁੰਦਾ ਹੈ। ਮਹੱਲਾ ਚੌਥਾ ਗੌੜੀ ਪੂਰਬੀ। ਧੰਨ ਗੁਰੂ ਰਾਮਦਾਸ ਮਹਾਰਾਜ ਅਗਲਾ ਸ਼ਬਦ ਪੂਰਬੀ ਜਿਹੜੀ ਵੰਨਗੀ ਹੈ ਨਾ ਗੌੜੀ ਰਾਗਣੀ ਦੀ, ਇਹਦੇ ਵਿੱਚ ਹਜ਼ੂਰ ਸ਼ਬਦ ਉਚਾਰਨ ਕਰਦੇ ਨੇ, ਹਰ ਦਇਆਲ ਦਇਆ ਪ੍ਰਭ ਕੀਨੀ। ਹਰੀ ਅਕਾਲ ਪੁਰਖ ਜੋ ਦਇਆ ਦਾ ਸੋਮਾ ਹੈ, ਦਇਆ ਦਾ ਘਰ ਹੈ, ਉਸ ਪ੍ਰਭੂ ਨੇ ਮੇਰੇ ਤੇ ਦਇਆ ਮਿਆ ਕੀਤੀ। ਮੇਰਾ ਮਨ ਤਨ ਮੁਖ ਹਰ ਬੋਲੀ। ਮੇਰੇ ਮਨ ਵਿੱਚ ਵੀ ਹਰੀ ਪਰਮਾਤਮਾ ਦਾ ਨਾਮ ਵਸ ਗਿਆ। ਤਨ ਇੰਦਰੇ ਜਿਹੜੇ ਹਨ ਇਹਨਾਂ ਵਿੱਚ ਵੀ ਪਰਮਾਤਮਾ ਨਾਲ ਲਗਾ ਪੈਦਾ ਹੋਇਆ, ਅਤੇ ਮੁਖ ਤੋਂ ਵੀ ਮੈਂ ਹਰੀ ਪਰਮਾਤਮਾ ਦਾ ਨਾਮ ਹੀ ਬੋਲਣ ਲੱਗ ਪਿਆ। ਗੁਰਮੁਖ ਰੰਗ ਭਇਆ ਅਤ ਗੂੜਾ। ਗੁਰਾਂ ਦੇ ਸਨਮੁਖ ਹੋਣ ਕਰਕੇ ਮਨ ਤਨ ਦੇ ਅੰਦਰ ਅਤਿਅੰਤ ਗੂੜਾ ਰੰਗ ਚੜ੍ਹ ਗਿਆ, ਰੰਗ ਪ੍ਰੇਮ ਚੜ੍ਹ ਗਿਆ ਵਾਹਿਗੁਰੂ ਦਾ। ਹਰ ਰੰਗ ਭੀਨੀ ਮੇਰੀ ਚੋਲੀ। ਮੇਰੀ ਇਹ ਜਿਹੜੀ ਦੇਹ ਰੂਪੀ ਚੋਲੀ ਹੈ ਨਾ, ਹਰੀ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਭਿੱਜ ਗਈ ਹੈ, ਗੱਚ ਹੋ ਗਈ ਹੈ, ਸ਼ਰਸ਼ਾਰ ਹੋ ਗਈ ਹੈ। ਆਪਣੇ ਹਰ ਪ੍ਰਭ ਕੀ ਹੋ ਗੋਲੀ। ਮੇਰਾ ਜੋ ਹਰੀ ਪ੍ਰਭੂ ਹੈ ਅਕਾਲ ਪੁਰਖ ਆਪਣਾ, ਉਸ ਦੀ ਮੈਂ ਗੋਲੀ ਬਣ ਗਈ ਹਾਂ, ਦਾਸੀ ਬਣ ਗਈ ਹਾਂ। ਜਬ ਹਮ ਹਰ ਸੇਤੀ ਮਨ ਮਾਨਿਆ। ਜਦੋਂ ਸਾਡਾ ਮਨ ਹਰੀ ਪਰਮਾਤਮਾ ਦੇ ਨਾਲ ਮੰਨ ਗਿਆ, ਪਤੀਜ ਗਿਆ, ਪਰਚ ਗਿਆ। ਕਰ ਦੀਨੋ ਜਗਤ ਸਭ ਗੋਲ ਮੋਹ। ਅਸੀਂ ਦੁਨੀਆ ਦਾ ਮੋਹ ਛੱਡਿਆ ਸੀ, ਵਾਹਿਗੁਰੂ ਨਾਲ ਚਿੱਤ ਜੁੜਿਆ, ਅਤੇ ਵਾਹਿਗੁਰੂ ਨੇ ਸਾਰਾ ਜਗਤ ਹੀ ਸਾਡਾ ਬਿਨਾਂ ਦਾਮ ਤੋਂ ਬਿਨਾਂ ਮੁੱਲ ਤੋਂ ਗੁਲਾਮ ਬਣਾ ਦਿੱਤਾ। ਅਮੋਲ ਵਸਤੂ ਕੀ ਹੁੰਦੀ ਹੈ? ਤਿੰਨ ਤਰ੍ਹਾਂ ਨਾਲ। ਇੱਕ ਤਾਂ ਉਹ ਚੀਜ਼ ਜਿਹੜੀ ਬਿਨਾਂ ਮੁੱਲ ਤੋਂ ਉਂਝ ਹੀ ਮੁਫਤ ਹੀ ਮਿਲ ਜਾਏ, ਉਹਨੂੰ ਵੀ ਕਹਿੰਦੇ ਅਮੁੱਲ ਚੀਜ਼ ਹੈ। ਇਹਦਾ ਮੁੱਲ ਨਹੀਂ, ਕੋਈ ਕੀਮਤ ਨਹੀਂ, ਕੋਈ ਦਮੜੀ ਮੁੱਲ ਨਹੀਂ, ਉਂਝ ਹੀ ਤੁਰੀ ਫਿਰੇ ਜਿਹੜੀ ਵਸਤੂ। ਜਿਵੇਂ ਤੁੰਮੇ ਹੁੰਦੇ ਨੇ ਬਰਾਨੀ ਧਰਤੀ 'ਚ, ਮੁਫਤ ਦੀ ਚੀਜ਼ ਮਿਲ ਜਾਣੀ। ਇੱਕ ਹੁੰਦੀ ਹੈ ਅਮੋਲਕ ਚੀਜ਼, ਬਹੁਤ ਜ਼ਿਆਦਾ ਮਹਿੰਗੀ ਦੁਰਲੱਭ ਵਸਤੂ। ਇੱਕ ਉਹ ਵਸਤੂ ਜਿਹੜੀ ਕਿਸੇ ਮੁੱਲ ਤੋਂ ਮਿਲੇ ਹੀ ਨਾ, ਸਿਰਫ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਮਿਲੇ। ਪਰਮਾਤਮਾ ਦੇ ਨਾਮ ਬਾਰੇ ਤੇ ਇਹ ਅਰਥ ਹੈ। ਅਤੇ ਜਦੋਂ ਕਿਹਾ ਨਾ ਕਰ ਦੀਨੋ ਜਗਤ ਸਭ ਗੋਲ ਮੋਲੀ, ਇੱਥੇ ਅਰਥ ਹੈ ਮੁਫਤ, ਬਿਨਾਂ ਦਮੜਿਆਂ ਤੋਂ, ਬਿਨਾਂ ਦਾਮ ਤੋਂ, ਬਿਨਾਂ ਮੁੱਲ ਦਿੱਤਿਆਂ ਹੀ। ਕੋਈ ਯਤਨ ਨਹੀਂ ਕਰਨਾ ਪਿਆ। ਜਗਤ ਦੇ ਲੋਕਾਂ ਨੂੰ ਅਸੀਂ ਕੋਈ ਦਿੱਤਾ ਨਹੀਂ, ਵਾਹਿਗੁਰੂ ਦੇ ਨਾਮ ਦਾ ਪ੍ਰਤਾਪ।
ਜਦੋਂ ਵਾਹਿਗੁਰੂ ਦੇ ਨਾਮ ਨਾਲ ਮਨ ਮੰਨ ਗਿਆ ਨਾ, ਜੁੜ ਗਿਆ, ਤੇ ਵਾਹਿਗੁਰੂ ਨੇ ਸਾਰਾ ਜਗਤ ਸਾਡਾ ਗੁਲਾਮ ਬਣਾਤਾ, ਗੋਲਾ ਬਣਾਤਾ, ਸਾਰਾ ਜਗਤ ਦਾਸ ਬਣਾਤਾ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਜਿਵੇਂ ਧਰਤੀ ਮਿੱਟੀ ਸਾਰੀ ਉਮਰ ਸਾਡੇ ਪੈਰਾਂ ਥੱਲੇ ਰਹਿੰਦੀ ਹੈ, ਜਦੋਂ ਮਨੁੱਖ ਦਾ ਸਰੀਰ ਢਹਿ ਪੈਂਦਾ ਨਾ, ਮੌਤ ਹੋ ਜਾਂਦੀ ਸਰੀਰ ਦੀ, ਤੇ ਉਦੋਂ ਖਾਕ ਉੱਪਰ ਆ ਜਾਂਦੀ ਹੈ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਉਸ ਤਰ੍ਹਾਂ ਹੀ ਜਿਹੜੇ ਜੀਵਤ ਭਾਵ ਤੋਂ ਮਰ ਜਾਣ, ਹੰਕਾਰ ਤਿਆਗ ਦੇਣ, ਮੁਰਦਾ ਹੋ ਜਾਣ ਅੰਦਰੋਂ, ਤੇ ਵਾਹਿਗੁਰੂ ਸਾਰਾ ਜਗਤ ਉਹਨਾਂ ਦੇ ਪੈਰੀਂ ਲਿਆ ਪਾਉਂਦਾ। ਇਸ ਤਰ੍ਹਾਂ ਵਾਹਿਗੁਰੂ ਨੇ ਸਾਰਾ ਜਗਤ ਗੋਲਾ ਬਣਾ ਦਿੱਤਾ, ਬਿਨਾਂ ਮੁੱਲ ਦਿੱਤਿਆਂ। ਰਹਾਓ ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਢੰਡੋਲੀ। ਐ ਸੰਤ ਜਨੋ, ਜਗਿਆਸੂ ਜਨੋ, ਮਹਾਤਮਾ ਜਨੋ, ਕਰੋ ਵਿਵੇਕ, ਵਿਚਾਰ ਕਰੋ ਇਸ ਗੱਲ ਦੀ। ਹੇ ਭਾਈ ਸੰਤ ਜਨੋ, ਵਿਚਾਰ ਕਰੋ, ਖੋਜ ਹਿਰਦੈ ਦੇਖ ਢੰਡੋਲੀ। ਆਪਣੇ ਹਿਰਦੇ ਦੇ ਅੰਦਰ ਖੋਜੋ, ਚੰਗੀ ਤਰ੍ਹਾਂ ਵੇਖੋ, ਢੰਡੋਲੋ, ਭਾਲੋ। ਹਰ ਹਰ ਰੂਪ ਸਭ ਜੋਤ ਸਬਾਈ। ਜਦੋਂ ਚੰਗੀ ਤਰ੍ਹਾਂ ਗਹੁ ਨਾਲ ਵੇਖੋਗੇ, ਇਸ ਖੋਜ 'ਚ ਲੱਗ ਕੇ ਡੂੰਘੇ ਚਲੇ ਜਾਓਗੇ, ਡੂੰਘੀ ਖੋਜ ਕਰੋਗੇ, ਤਾਂ ਹਰੀ ਪਰਮਾਤਮਾ ਦਾ ਰੂਪ ਹੀ ਸਾਰੇ ਵੇਖੋਗੇ। ਹਰੀ ਅਕਾਲ ਪੁਰਖ, ਹਰ ਹਰ ਰੂਪ, ਦੁੱਖਾਂ ਦਾ ਹਾਰਕ, ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਾ, ਉਸੇ ਦਾ ਰੂਪ ਸਾਰਾ ਨਜ਼ਰੀ ਆਏਗਾ। ਸਾਰੇ ਜਗਤ ਵਿੱਚ ਉਸੇ ਦੀ ਜੋਤ ਦਿਖਾਈ ਦੇਵੇਗੀ। ਹਰ ਨਿਕਟ ਵਸੈ ਹਰ ਕੋਲੀ। ਫਿਰ ਇਹ ਵੀ ਪ੍ਰਤੀਤ ਹੋਵੇਗਾ, ਗਿਆਨ ਹੋ ਜਾਏਗਾ ਕਿ ਹਰੀ ਪਰਮਾਤਮਾ ਨੇੜੇ ਹੀ ਬਿਲਕੁਲ ਵਸਦਾ, ਬਿਲਕੁਲ ਹਰੀ ਕੋਲ ਵਸਦਾ, ਕੋਲ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ। ਨੇੜੇ ਭਰਪੂਰ ਹੋ ਰਿਹਾ ਪਰਮਾਤਮਾ। ਹਰ ਹਰ ਨਿਕਟ ਵਸੈ ਸਭ ਜਗ ਕੈ। ਉਹ ਪਿੱਛੇ ਵੀ ਹਰੀ ਸੀ, ਹੁਣ ਵੀ ਹਰੀ ਹੈ, ਤੇ ਸਾਰੇ ਜਗਤ ਦੇ ਜੀਆਂ ਦੇ ਬਿਲਕੁਲ ਨੇੜੇ ਵਸਦਾ ਹੈ। ਅਪਰੰਪਰ ਪੁਰਖ ਅਤੋਲੀ। ਅਪਰ ਅਪਰ, ਅਪਰ ਜਿਹੜੇ ਪਰੇ ਹਨ, ਉਹਨਾਂ ਤੋਂ ਵੀ ਅਪਰ ਹੋਰ ਪਰੇ, ਅਪਰ ਅਪਾਰ, ਪਰੇ ਤੋਂ ਪਰੇ ਜੋ ਵਾਹਿਗੁਰੂ ਹੈ, ਪੁਰਖ ਪੂਰਨ ਅਤੋਲੀ, ਜਿਸ ਨੂੰ ਕਿਸੇ ਚੀਜ਼ ਵੱਟੇ ਤੋਲ ਕੇ ਨਹੀਂ ਲਿਆ ਜਾ ਸਕਦਾ, ਜਿਸ ਦਾ ਤੋਲ, ਗਿਣਤੀ, ਮਿਣਤੀ, ਮਾਪ, ਅੰਦਾਜ਼ਾ ਕੋਈ ਹੈ ਹੀ ਨਹੀਂ, ਜੋ ਅਤੋਲ ਹੈ। ਹਰ ਹਰ ਪ੍ਰਗਟ ਕੀਓ ਗੁਰ ਪੂਰੈ। ਕਿਵੇਂ ਮਿਲਿਆ? ਫਿਰ ਕਹਿੰਦੇ ਪੂਰੇ ਗੁਰੂ ਨੇ ਹਰੀ ਹਰੀ ਨਾਮ ਜਪਾ ਕੇ, ਵਾਹਿਗੁਰੂ ਵਾਹਿਗੁਰੂ ਨਾਮ ਭਾਵ ਜਪਾ ਕੇ, ਹਰੀ ਦਾ ਨਾਮ ਜਪਾ ਕੇ ਐਸੇ ਹਰੀ ਨੂੰ ਹਿਰਦੇ 'ਚ ਪ੍ਰਗਟ ਕਰ ਦਿੱਤਾ। ਸਿਰ ਵੇਚਿਓ ਗੁਰ ਪਹਿ ਮੋਲੀ, ਕਿਉਂਕਿ ਜਗਿਆਸੂ ਨੇ ਅਥਵਾ ਅਸੀਂ ਆਪਣਾ ਸਿਰ ਸਤਿਗੁਰਾਂ ਦੇ ਪਾਸ ਮੁੱਲ ਵੇਚ ਦਿੱਤਾ ਸੀ। ਵਾਹਿਗੁਰੂ ਦੀ ਪ੍ਰਾਪਤੀ ਚਾਹੁੰਦੇ ਸਾਂ, ਤੇ ਆਪਣਾ ਸਿਰ ਤਨ ਮਨ ਧਨ ਸਤਿਗੁਰੂ ਅੱਗੇ ਭੇਟਾ ਕਰ ਦਿੱਤਾ, ਤੇ ਫਿਰ ਮਿਲਾਪ ਹੋਇਆ। ਹਰ ਜੀ ਅੰਤਰ ਬਾਹਰ ਤੁਮ ਸਰਨਾਗਤ। ਹੇ ਹਰੀ ਜੀ, ਤੁਸੀਂ ਅੰਦਰ ਬਾਹਰ ਵਸਦੇ ਹੋ, ਅਸੀਂ ਤੁਹਾਡੀ ਸ਼ਰਨ ਨੂੰ ਪ੍ਰਾਪਤ ਹੋਏ ਹਾਂ। ਤੁਮ ਵੱਡ ਪੁਰਖ ਵਡੋਲੀ, ਤੁਸੀਂ ਵੱਡੇ ਪੁਰਖ ਹੋ। ਵਡੋਲੀ ਵੱਡਿਆਂ ਤੋਂ ਵੱਡੇ, ਪਿੱਛੇ ਵੀ ਵੱਡੇ ਸੀ, ਹੁਣ ਵੀ ਆਉਣ ਵਾਲੇ ਸਮੇਂ 'ਚ ਵੀ ਪੂਰਨ ਹੋ, ਤੇ ਵੱਡਿਆਂ ਤੋਂ ਵੱਡੇ ਹੋ। ਜਨ ਨਾਨਕ ਅਨ ਦਿਨ ਹਰ ਗੁਣ ਗਾਵੈ, ਮਿਲ ਸਤਿਗੁਰ ਗੁਰ ਵੇ ਚੋਲੀ। ਹਜ਼ੂਰ ਕਹਿੰਦੇ ਨੇ, ਮੈਂ ਜਨ ਸੇਵਕ ਮਿਲ ਕੇ ਨਾ ਪੂਜਨੀਕ ਸਤਿਗੁਰਾਂ ਨੂੰ ਵਿਚੋਲੇ ਬਣਾਇਆ, ਜਿਨ੍ਹਾਂ ਨੂੰ ਵਿਚੋਲੇ, ਵਿਚੋਲਗੀ ਕਰਨ ਵਾਲੇ ਜਿਹੜੇ ਸਤਿਗੁਰੂ ਹਨ ਨਾ, ਪੂਜਨੀਕ ਸਤਿਗੁਰੂ, ਉਹਨਾਂ ਸਤਿਗੁਰਾਂ ਨੂੰ ਮਿਲ ਕੇ ਮੈਂ ਜਨ ਸੇਵਕ ਦਿਨੇ ਰਾਤ ਰੋਜ਼ ਰੋਜ਼ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹਾਂ। ਭਾਵ ਸਾਨੂੰ ਪ੍ਰੇਰਨਾ ਦੇ ਰਹੇ ਨੇ ਕਿ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਦੇ ਗੁਣਾਨਵਾਦ ਨੂੰ ਗਾਓ, ਜੀਵਨ ਸਫਲਾ ਹੋਵੇਗਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆਂ ਜੇ ਹੋਵੇ ਸਾਹਿਬ ਸਿਮਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।